Hello friends, Sat Sri Akal. Welcome to Race Academy Official. My name is Ajay Sidana and I am your host and host of this weekly show. ਸੋ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਫਰੈਂਡਸ 1 ਮਿੰਟ ਲਈ ਤੁਹਾਨੂੰ ਮੈਂ ਕੁਝ ਇਨਫੋਰਮੇਸ਼ਨ ਜਿਹੜੀ ਹੈ ਉਹ ਦੇਣੀ ਚਾਹੂੰਗਾ। ਈਅਰ 2021 ਤੋਂ ਜਦੋਂ ਦਾ ਆਪਾਂ ਇਹ ਵੀਕਲੀ ਸ਼ੋਅ ਸਟਾਰਟ ਕੀਤਾ ਹੈ, ਮੈਨੂੰ ਕਾਫੀ ਸਾਰੀਆਂ ਫੀਡਬੈਕਸ ਜਿਹੜੀਆਂ ਹੈ ਉਹ ਮਿਲੀਆਂ। ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਜਿਹੜੇ ਹੈ ਫੀਡਬੈਕ ਦਿੰਦੇ ਹੋ, ਜਾਂ ਫਿਰ ਜਦੋਂ ਮੈਂ ਤੁਹਾਨੂੰ ਆਦੀ ਟੈਲੀਗ੍ਰਾਮ ਆਈਡੀ ਦਿੱਤੀ ਹੋਈ ਹੈ ਉਸ ਆਈਡੀ ਤੇ ਮੈਨੂੰ ਕਾਫੀ ਸਾਰੇ ਜਿਹੜੇ ਮੈਸੇजेस ਹੈ ਉਹ ਤੁਹਾਡੇ ਸਭ ਦੇ ਆਉਂਦੇ ਰਹਿੰਦੇ ਹੈ। ਕਾਫੀਆਂ ਨੇ ਕਿਹਾ ਕਿ ਸਰ ਵੀਕਲੀ ਜਿਹੜੇ ਨਿਊਜ਼ ਹੁੰਦੀਆਂ ਉਹਨਾਂ ਦੀ ਡਿਟੇਲ ਕਰਵਾਇਆ ਕਰੋ, ਹਨਾ, ਕਰਵਾਈ ਜਾਏ ਜਾਂ ਕਰਵਾਇਆ ਕਰੋ। ਕਾਫੀ ਸਟੂਡੈਂਟਸ ਨੇ ਕਿਹਾ ਜਾਂ ਕਾਫੀ ਜਿਹੜੇ ਮੇਰੇ ਫਰੈਂਡਸ ਹੈ ਉਹਨਾਂ ਨੇ ਕਿਹਾ ਕਿ ਵੀਕਲੀ ਜਿਹੜਾ ਹੈ ਉਹ MCQs ਕਰਵਾਏ ਜਾਣ ਤਾਂ ਕਿ ਸਾਨੂੰ ਜਿਹੜਾ ਇਹ ਚੀਜ਼ ਦਾ ਥੋੜਾ ਜਿਹਾ ਆਈਡੀਆ ਹੋਵੇ ਕਿ ਐਗਜ਼ਾਮ ਦੇ ਵਿੱਚ ਕਿੱਦਾਂ ਦੇ MCQ ਪੁੱਛੇ ਜਾ ਸਕਦੇ ਹੈ। ਫਿਰ ਕੁਝ ਸਟੂਡੈਂਟਸ ਨੇ ਕਿਹਾ ਕਿ ਸਟੈਟਿਕ ਜੀਕੇ ਦੇ ਕੁਐਸਚਨ ਵੀ ਸਰ ਜ਼ਰੂਰ ਹੋਣੇ ਚਾਹੀਦੇ ਹੈ। ਸੋ ਫਰੈਂਡਸ, ਇਹਨਾਂ ਸਾਰੀਆਂ ਫੀਡਬੈਕਸ ਨੂੰ ਦੇਖਦੇ ਹੋਏ, ਇਹਨਾਂ ਸਾਰੀਆਂ ਫੀਡਬੈਕਸ ਦੇ ਜਿਹੜੇ ਪੋਜ਼ਿਟਿਵ ਪੁਆਇੰਟ ਹੈ ਜਾਂ ਜਿਹੜੇ ਸਾਰੇ ਆਈਡੀਆਜ਼ ਹੈਗੇ ਆ ਉਹਨਾਂ ਨੂੰ ਇਨਕਲਕੇਟ ਕਰਦੇ ਹੋਏ ਮੈਂ ਅੱਜ ਤੋਂ ਆਪਾਂ ਇੱਕ ਨਵਾਂ ਜਿਹੜਾ ਸ਼ੋਅ ਸ਼ੁਰੂ ਕਰ ਰਹੇ ਹਾਂ ਉਹ ਹੈ ਵੀਕਲੀ ਗਿਆਨ। ਸੋ ਤੁਸੀਂ ਇੱਥੇ ਨਾਮ ਪੜ੍ਹ ਹੀ ਲਿਆ ਹੋਵੇਗਾ, ਰੈੱਡ ਲੈਟਰਸ ਦੇ ਵਿੱਚ ਲਿਖਿਆ ਹੋਇਆ ਵੀਕਲੀ ਗਿਆਨ। ਸੋ ਇਸ ਵੀਕਲੀ ਗਿਆਨ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਇਨਕਲਕੇਟ ਕੀਤਾ ਹੈ। ਹਰ ਵੀਕ ਯਾਨੀ ਕਿ ਹਰ ਸੰਡੇ ਨੂੰ ਇਹ ਵੀਕਲੀ ਗਿਆਨ ਦਾ ਲੈਕਚਰ ਤੁਸੀਂ ਦੇਖ ਸਕਦੇ ਹੋ ਰੇਸ ਅਕੈਡਮੀ ਆਫੀਸ਼ੀਅਲ ਤੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਿਹੜਾ ਹੈ ਉਹ ਇਨਫੋਰਮੇਸ਼ਨ ਵੀ ਮਿਲ ਜੇ ਜਦੋਂ ਵੀ ਇਹ ਵੀਡੀਓ ਆਂਦੀ ਹੈ। ਠੀਕ ਹੈ, ਟੈਲੀਗ੍ਰਾਮ ਚੈਨਲ ਜਿਹੜਾ ਹੈ ਉਸ ਤੇ ਤੁਸੀਂ ਐਡ ਹੋ ਸਕਦੇ ਹੋ ਤਾਂ ਕਿ ਤੁਹਾਨੂੰ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਮਿਲਦੀ ਰਹੇ। ਸੋ ਇਸ ਵੀਕਲੀ ਗਿਆਨ ਦੇ ਲੈਕਚਰ ਦੇ ਵਿੱਚ ਹੋਊਗਾ ਕੀ ਇਹ ਮੈਂ ਤੁਹਾਨੂੰ ਦੱਸਦਾ। ਪਹਿਲਾਂ ਵੀਕਲੀ ਗਿਆਨ ਲੈਕਚਰ ਦੇ ਵਿੱਚ ਆਪਾਂ ਕਰਿਆ ਕਰਾਂਗੇ ਮਿਕਸਚਰ ਹੋਇਆ ਕਰੂਗਾ ਇਹ MCQ ਦਾ ਤੇ ਡਿਟੇਲ ਡਿਸਕਸ਼ਨ ਦਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਾਫੀ ਸਾਰੇ ਫਰੈਂਡਸ ਕਹਿੰਦੇ ਆ ਕਿ ਸਰ ਡਿਟੇਲ ਡਿਸਕਸ਼ਨ ਕਰਵਾਓ, ਕਾਫੀ ਸਾਰੇ ਕਹਿੰਦੇ ਆ ਕਿ ਸਰ MCQ ਕਰਵਾਓ। ਸੋ ਆਪਾਂ ਦੋਨੋਂ ਚੀਜ਼ਾਂ ਕਰਾਂਗੇ। MCQ ਹੋਣਗੇ, MCQ ਦੇ ਨਾਲ ਨਾਲ ਉਸ ਨਿਊਜ਼ ਦੀ ਡਿਟੇਲ ਹੋਏਗੀ। ਪਹਿਲੀ ਚੀਜ਼ 40 ਕੁਐਸਚਨਸ ਹੋਇਆ ਕਰਨਗੇ। ਐਸ ਜਿੰਨਾ ਵੀ ਇਹ ਲੈਕਚਰ ਚੱਲੂਗਾ, ਘੰਟਾ, ਸਵਾ ਘੰਟਾ, 1.5 ਘੰਟਾ, ਆਪਾਂ ਆਰਾਮ ਨਾਲ ਤਰੀਕੇ ਨਾਲ ਜਿਹੜਾ ਹੈ ਤਸੱਲੀ ਨਾਲ ਆਪਾਂ ਇੱਕ ਹੀ ਚੀਜ਼ ਨੂੰ ਡਿਸਕਸ਼ਨ ਕਰਾਂਗੇ। 40 ਕੁਐਸਚਨਸ ਦੇ ਵਿੱਚੋਂ 30 ਕੁਐਸਚਨਸ ਹੋਣਗੇ ਕਰੰਟ ਅਫੇਅਰਸ ਆਫ ਦਿਸ ਵੀਕ ਦੇ, ਯਾਨੀ ਕਿ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਜੋ ਨਿਊਜ਼ ਮੋਸਟ ਇੰਪੋਰਟੈਂਟ ਰਹੀਆਂ ਤੇ ਉਹਨਾਂ ਤੇ ਕਿਸ ਤਰ੍ਹਾਂ ਦੇ ਕੁਐਸਚਨ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਬਣ ਸਕਦੇ ਆ, ਉਹ ਕੁਐਸਚਨਸ ਆਪਾਂ 30 ਕੁਐਸਚਨਸ ਆਪਾਂ ਕਰਾਂਗੇ। ਬਾਕੀ ਦੇ 10 ਕੁਐਸਚਨ ਹੋਣਗੇ ਸਟੈਟਿਕ ਜੀਕੇ ਟਾਈਪ, ਜਿਹੜੇ ਕਿ ਸਟੈਟਿਕ ਜਨਰਲ ਨੌਲੇਜ ਦੇ ਹੋ ਸਕਦੇ ਹੈ, ਹਿਸਟਰੀ ਦੇ ਹੋ ਸਕਦੇ ਹੈ, ਜਿਓਗ੍ਰਾਫੀ ਦੇ ਹੋ ਸਕਦੇ ਹੈ, ਪੋਲਿਟੀ, ਇਕਨੋਮਿਕਸ, এনवायरमेंट, ਸਾਇੰਸ ਐਂਡ ਟੈਕਨੋਲੋਜੀ, ਕੁਝ ਵੀ ਤਰ੍ਹਾਂ ਦੀ ਜਿਹੜੀਆਂ ਐਡਵਾਂਸਮੈਂਟਸ ਹੈਗੀਆਂ ਉਹਨਾਂ ਤੋਂ ਰਿਲੇਟਡ ਕੁਐਸਚਨਸ ਹੋ ਸਕਦੇ ਆ। ਹੁਣ ਜਿਨ੍ਹਾਂ ਨੇ ਤਾਂ ਸਿਰਫ ਤੇ ਸਿਰਫ ਰਿਵਾਈਜ਼ ਕਰਨਾ ਹੈ ਉਹ ਇਸ ਲੈਕਚਰ ਨੂੰ ਰਿਵੀਜ਼ਨ ਦੇ ਸੋਰਟ ਆਫ ਲੈ ਸਕਦੇ ਆ ਕਿ ਪੂਰੇ ਵੀਕ ਦੀ ਜਿਹੜੀ ਰਿਵੀਜ਼ਨ ਹੈ ਉਹ ਇਸ ਲੈਕਚਰ ਦੇ ਵਿੱਚ ਹੋ ਜਾਏਗੀ। ਅਗਰ ਕੁਝ ਕੈਂਡੀਡੇਟਸ ਨੇ ਪ੍ਰੈਕਟਿਸ ਕਰਨੀ ਹੈ ਕਿ ਸਰ ਅਸੀਂ ਰਿਵਾਈਜ਼ ਵੀ ਕਰ ਰੱਖਿਆ ਹੈ, ਅਸੀਂ ਪ੍ਰੋਪਰ ਜਿਹੜਾ ਕਰੰਟ ਅਫੇਅਰ ਦੇ ਕੁਐਸਚਨਸ ਵੀ ਪੜ੍ਹੇ ਹੈ, ਅਸੀਂ ਕਰੰਟ ਅਫੇਅਰ ਦੀਆਂ ਨਿਊਜ਼ ਵੀ ਪੜ੍ਹੀਆਂ, ਉਹ ਇਸ ਲੈਕਚਰ ਨੂੰ ਐਜ਼ ਅ ਮੌਕ ਟੈਸਟ ਲੈ ਸਕਦੇ ਹੈ। ਉਹ ਇਸ ਲੈਕਚਰ ਨੂੰ ਕੀ ਕਰਨ, ਜਿਵੇਂ ਜਿਵੇਂ ਮੈਂ ਕੁਐਸਚਨ ਪੁੱਛੂੰਗਾ ਤੁਸੀਂ ਆਪ ਦਾ, ਜਿਵੇਂ ਮੈਂ ਤੁਹਾਨੂੰ ਅੱਗੇ ਕਹਿਣਾ ਹੁੰਦਾ, ਇੱਕ ਪੇਪਰ ਲਓ, ਉਸ ਪੇਪਰ ਦੇ ਉੱਪਰ ਤੁਸੀਂ ਕੁਐਸਚਨ ਨੰਬਰ ਲਿਖੋ ਤੇ ਉਹਦਾ ਆਨਸਰ ਮੇਰੇ ਆਨਸਰ ਦੇਣ ਤੋਂ ਪਹਿਲਾਂ ਤੁਸੀਂ ਉੱਥੇ ਨੋਟ ਡਾਊਨ ਕਰੋ ਤੇ ਉਸ ਤੋਂ ਬਾਅਦ ਉਹਨੂੰ ਟਿਕ ਕਰਕੇ ਜਾਂ ਕ੍ਰੋਸ ਕਰਕੇ ਜਿਹੜੇ ਹੈ ਲਾਸਟ ਤੇ ਤੁਸੀਂ ਆਦੇ ਮਾਰਕਸ ਦੇਖ ਸਕਦੇ ਹੋ ਕਿ ਮੇਰੇ ਕਰੰਟ ਅਫੇਅਰ ਦੇ ਵਿੱਚ ਮੇਰੀ ਕੀ ਪ੍ਰੋਗਰੈਸ ਚੱਲ ਰਹੀ ਹੈ, 30 ਚੋਂ ਮੇਰੇ ਕਿੰਨੇ ਮਾਰਕਸ ਆਏ ਹੈ ਤੇ ਸਟੈਟਿਕ ਜੀਕੇ ਚੋਂ ਮੈਂ ਕਿੰਨਾ ਅੱਗੇ ਵੱਧ ਰਿਹਾ ਜਾਂ ਵੱਧ ਰਹੀ ਹਾਂ। ਠੀਕ ਹੈ ਜੀ, ਸੋ ਤੁਸੀਂ ਉਹਨੂੰ ਐਜ਼ ਅ ਮੌਕ ਟੈਸਟ ਲੈ ਸਕਦੇ ਹੋ। ਤੁਸੀਂ ਆਪਦਾ ਸਕੋਰ ਚਾਹੋ ਤਾਂ ਕਮੈਂਟ ਬਾਕਸ ਦੇ ਵਿੱਚ ਵੀ ਦੱਸ ਸਕਦੇ ਹੋ, ਨਹੀਂ ਤਾਂ ਤੁਹਾਡੀ ਮਰਜ਼ੀ ਹੈ, ਦੈਟ ਇਜ਼ ਅਪ ਟੂ ਯੂ। तो उस तो बाद अगर तुसी जिस तरह के क्वेश्चन होंगे है या होर भी किसी भी तरीके की कोई हैल्प या किसी भी तरीके की कोई गाइडेंस, किसी भी तरीके का कुछ पूछना होवे तो ये मेरी टैलीग्राम आईडी है @ajsidana87, इत्थे तुसी मैसेज कर सकते हो। ठीक है जी, सो ये एक सिंपलीफाइड चीज रहेगी, एक फुल फ्लैश जीके का शो रहा करेगा जिंदे च आपां इस तरीके नाल स्टैटिक जीके भी कवर करांगे, करंट अफेयर्स भी कवर करांगे ते करंट अफेयर दे MCQ भी कवर करांगे। तुसी देखोगे लेक्चर दे विच क्वेश्चंस भी होंगे ते लैक्चर जी उस दी कंप्लीट जिवें आपां कहिए कि स्टेटमेंट या कंप्लीट जी अगर स्टेटमेंट वाला क्वेश्चन भी पूछा जाता है तो वह भी तुसी यू विल बी एबल टू हैंडल दैट क्वेश्चंस आल्सो। सो ਆਪਾਂ ਸ਼ੁਰੂ ਕਰਦੇ ਹਾਂ ਜੀ ਇਸ ਦੇ ਨਾਲ ਹੀ, ਬਟ ਇੱਕ ਛੋਟੀ ਜੀ ਰਿਕੁਐਸਟ ਹੈ ਸਟਾਰਟ ਕਰਨ ਤੋਂ ਪਹਿਲਾਂ ਕਿ ਹੁਣ ਜਿਹੜਾ ਇਹ ਵੀਕਲੀ ਗਿਆਨ ਸ਼ੋ ਹੈ ਇਹ ਤੁਹਾਡੇ ਹਰ ਫਰੈਂਡ ਤੱਕ ਪਹੁੰਚ ਜਾਣਾ ਚਾਹੀਦਾ ਹੈ। ਮੈਂ ਸਿਰਫ ਇੰਨੀ ਜਿਹੜੀ ਹੈ ਇਹ ਉਮੀਦ ਰੱਖਦਾ
ਸੋ ਇਹ ਉਮੀਦ ਮੇਰੀ ਤੁਸੀਂ ਜਿਹੜੀ ਹੈ ਇਹ ਆਈ ਹੋਪ ਤੁਸੀਂ ਤੋੜੋਗੇ ਨਹੀਂ ਇਸ ਉਮੀਦ ਨੂੰ। ਸੋ ਮੈਂ ਇੱਕ ਮਿੰਟ ਤੁਹਾਨੂੰ ਪੂਰਾ ਸ਼ਾਇਦ ਤੁਸੀਂ ਪੜ੍ਹ ਨਹੀਂ ਪਾ ਰਹੇ ਹੋਗੇ, ਹਲੋ ਠੀਕ ਹੈ ਜੀ। ਸੋ ਲਿਖਿਆ ਹੋਇਆ ਕਿ ਇਨ ਕੇਸ ਆਫ ਐਨੀ ਨੀਡ ਔਰ ਗਾਈਡੈਂਸ of the general awareness section you can message on @ajaysidana87। ਸੋ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਹੈ ਪਹਿਲਾਂ ਤਾਂ, ਤੇ ਉਹਨੂੰ ਸ਼ੇਅਰ ਕਰਨਾ ਹੈ ਆਪਦੇ ਸਾਰੇ ਜਿਹੜੇ ਵੀ ਤੁਹਾਡੇ ਗਰੁੱਪਸ ਹੈਗੇ ਆ ਉਹਨਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ, ਸਿਰਫ ਇੰਨੀ ਹੀ ਜਿਹੜੀ ਦਰਖਾਸਤ ਹੈਗੀ ਹੈ। ਸੋ ਚੱਲਦੇ ਹਾਂ ਜੀ ਅੱਗੇ ਆਪਾਂ ਅਬਾਊਟ ਦੀ ਸ਼ੋ ਤੋਂ ਬਾਅਦ ਸਟਾਰਟ ਕਰਦੇ ਹਾਂ। ਲੈਟ ਅਸ ਸਟਾਰਟ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਦੋ ਤਰ੍ਹਾਂ ਦੇ ਜਿਹੜੇ ਦੋ ਸੈਕਸ਼ਨ ਹੋਣਗੇ, ਦੋ ਸੈਕਸ਼ਨ ਹੋਇਆ ਕਰਨਗੇ ਹਰ ਵਾਰੀ ਤੋਂ। ਅੱਜ ਦੇ ਲੈਕਚਰ ਦੀ ਵੀ ਗੱਲ ਕਰਾਂ, ਅੱਜ ਦੇ ਵੀਕਲੀ ਗਿਆਨ ਜਿਹੜਾ ਕਿ 21 ਮਾਰਚ ਦਾ ਵੀਕਲੀ ਗਿਆਨ ਹੈ। ਸੋ ਇਸ ਲੈਕਚਰ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸੈਕਸ਼ਨ ਹੈ ਦੈਟ ਇਜ਼ ਕਰੰਟ ਅਫੇਅਰ। 30 ਕੁਐਸਚਨਸ ਹੋਣਗੇ ਇਸ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਆਨਸਰ ਦੇਣ ਤੋਂ ਪਹਿਲਾਂ ਤੁਸੀਂ ਆਨਸਰ ਦੇਣਾ ਹੈ। ਆਨਸਰ ਨਹੀਂ ਵੀ ਆਂਦਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। ਉਸ ਤੋਂ ਬਾਅਦ ਮੈਂ ਉਸ ਕੁਐਸਚਨ ਦੀ ਸਾਰੀ ਡਿਟੇਲ ਜਾਂ ਤਾਂ ਤੁਹਾਨੂੰ ਸਕਰੀਨ ਦੇ ਉੱਪਰ ਕਰਵਾਉਂਗਾ ਜਾਂ ਫਿਰ ਉਹਨੂੰ ਜਿਹੜੀ ਕੰਪਲੀਟ ਉਸ ਕੁਐਸਚਨ ਦੀ ਡਿਟੇਲ ਹੈ ਉਹ ਤੁਹਾਨੂੰ ਅਗਲੀ ਸਲਾਈਡ ਦੇ ਉੱਪਰ ਮਿਲੇਗੀ। ਓਕੇ ਹੈ ਜੀ। ਸੋ ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਪੀਡੀਐਫ ਦੀ ਵੀ ਡਿਮਾਂਡ ਰਹਿੰਦੀ ਸੀਗੀ। ਸੋ ਪੀਡੀਐਫ ਦਾ ਲਿੰਕ ਵੀ ਜਿਹੜਾ ਹੈ ਉਹ ਵੀਡੀਓ ਦੇ ਤੁਹਾਨੂੰ ਕਮੈਂਟ ਬਾਕਸ ਵਿੱਚ ਮਿਲ ਜਾਏਗਾ, ਲੇਕਿਨ ਅੱਜ ਹੀ ਨਹੀਂ, ਪਹਿਲਾਂ ਤੁਸੀਂ ਥੋੜਾ ਜਿਹਾ ਇਹ ਕੰਮ ਕਰਨਾ ਪਏਗਾ ਕਿ ਤੁਸੀਂ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਨਾਲ ਕਰਨਾ ਹੈ। ਓਕੇ ਹੈ ਜੀ। ਸੋ ਸਟਾਰਟ ਕਰਦੇ ਹਾਂ ਜੀ ਆਪਾਂ ਕਰੰਟ ਅਫੇਅਰ ਦਾ ਸੈਕਸ਼ਨ। ਪਹਿਲਾ ਸੈਕਸ਼ਨ ਕਰੰਟ ਅਫੇਅਰ ਦਾ 30 ਕੁਐਸਚਨਸ ਵਿਲ ਬੀ देयर। ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਇਹ ਰਿਹਾ। 12th March from which the 75 years of independence of India celebration was started is coincide with which of the below mentioned movement of freedom struggle in Indian history। so question ਥੋੜਾ ਜਿਹਾ ਜਿਹੜਾ ਹੈ ਟਿਪੀਕਲ ਫਾਰਮ ਦੇ ਵਿੱਚ ਹੈ, ਲੇਕਿਨ ਤੁਸੀਂ ਇਹਨੂੰ ਧਿਆਨ ਨਾਲ ਪੜੋ, ਤੁਹਾਨੂੰ ਜਵਾਬ ਮਿਲ ਜੇ। ਜਵਾਬ ਦਾ ਚਲੋ ਆਂਦਾ ਹੋਏਗਾ ਜਾਂ ਨਹੀਂ ਆਂਦਾ ਹੋਏਗਾ, ਲੇਕਿਨ ਤੁਹਾਨੂੰ ਕੁਐਸਚਨ ਪੁੱਛ ਕੀ ਰਿਹਾ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਰਪਸ ਸਮਝ ਆਣਾ ਚਾਹੀਦਾ ਹੈ ਅੱਜ ਦੇ ਟਾਈਮ ਤੇ ਕਿ ਕੁਐਸਚਨ ਜਿਹੜੇ ਹੈ ਉਹ ਬਿਲਕੁਲ ਵਨ ਲਾਈਨਰ ਜਾਂ ਵਨ ਪੁਆਇੰਟਰ ਨਹੀਂ ਆਂਦੇ ਕਿ ਤੁਹਾਨੂੰ ਸਿੰਪਲੀ ਪੁੱਛ ਲਿਆ ਕਿ ਕੈਪੀਟਲ ਆਫ ਇੰਡੀਆ ਇਜ਼, ਥੱਲੇ 4 ਆਪਸ਼ਨ ਦੇ ਦੇ। ਐਦਾਂ ਨਹੀਂ ਹੈ। ਜਿਹੜੀਆਂ ਕਰੰਟ ਅਫੇਅਰ ਦੀਆਂ ਨਿਊਜ਼ ਵੀ ਹੈਗੀਆਂ ਜਿਹੜੀਆਂ ਕਰੰਟ ਅਫੇਅਰ ਦੀਆਂ ਨਿਊਜ਼ ਵੀ ਹੈਗੀਆਂ ਉਹਨਾਂ ਨੂੰ ਵੀ ਥੋੜਾ ਜਿਹਾ ਟਿਪੀਕਲੀ ਫਾਰਮ ਦੇ ਵਿੱਚ ਥੋੜਾ ਜਿਹਾ ਘੁਮਾ ਫਿਰਾ ਕੇ ਪੁੱਛਿਆ ਜਾਂਦਾ ਹੈ। ਸੋ ਇਸ ਕੁਐਸਚਨ ਨੂੰ ਧਿਆਨ ਨਾਲ ਪੜੋ। 4 ਆਪਸ਼ਨ ਹੈਗੇ ਹੈ। ਆਪਸ਼ਨ ਨੰਬਰ A ਕਹਿ ਰਿਹਾ ਨੋਨ ਕੋਆਪਰੇਸ਼ਨ ਮੂਵਮੈਂਟ, ਆਪਸ਼ਨ ਨੰਬਰ B ਕਹਿ ਰਿਹਾ ਕੁਇਟ ਇੰਡੀਆ ਮੂਵਮੈਂਟ, ਆਪਸ਼ਨ ਨੰਬਰ C ਕਹਿ ਰਿਹਾ ਹੈ ਸਿਵਲ ਡਿਸਓਬੀਡੀਐਂਸ ਮੂਵਮੈਂਟ, ਤੇ D ਕਹਿ ਰਿਹਾ ਕਿ ਇਹਨਾਂ ਚੋਂ ਕੋਈ ਵੀ ਨਹੀਂ। ਮੀਨਸ ਕੁਐਸਚਨ ਪੁੱਛਿਆ ਜਾ ਰਿਹਾ ਹੈ ਕਿ 12 ਮਾਰਚ ਜਿੱਥੋਂ 75 ਸਾਲ ਦੇ ਜਿਹੜੇ ਇੰਡੀਪੈਂਡੈਂਸ ਦੇ ਜਿਹੜੇ ਆਪਣੇ 75 ਸਾਲ ਹੋ ਰਹੇ ਆ ਇੰਡੀਪੈਂਡੈਂਸ ਨੂੰ 2022 ਦੇ ਵਿੱਚ, ਉਹ ਸੈਲੀਬ੍ਰੇਸ਼ਨ ਸ਼ੁਰੂ ਕੀਤੀਆਂ ਜਾ ਰਹੀਆਂ ਇਸ ਸਾਲ ਦੇ 12 ਮਾਰਚ ਨੂੰ। ਸੋ ਉਹ 12 ਮਾਰਚ ਜਿਹੜਾ ਡੇ ਰੱਖਿਆ ਗਿਆ ਹੈ ਇਹ ਫਰੀडम ਸਟਰਗਲ ਦੇ ਕਿਹੜੇ ਨੈਸ਼ਨਲ ਮੂਵਮੈਂਟ ਦੇ ਨਾਲ ਕੰਸਾਈਡ ਕਰਦਾ ਹੈ? ਕੀ ਉਹ ਮੂਵਮੈਂਟ ਅਸਹਿਯੋਗ ਅੰਦੋਲਨ ਹੈ? ਕੀ ਉਹ ਮੂਵਮੈਂਟ ਭਾਰਤ ਛੋੜੋ ਅੰਦੋਲਨ ਹੈ? ਕੀ ਉਹ ਮੂਵਮੈਂਟ ਸਵਿਨਿਆ ਅਵਗਿਆ ਅੰਦੋਲਨ ਹੈ? ਜਾਂ ਇਹਨਾਂ ਚੋਂ ਕੋਈ ਵੀ ਨਹੀਂ ਹੈ, ਕੋਈ ਹੋਰ ਹੈ? ਸੋ ਇਹਦਾ ਆਨਸਰ ਦਿਓ ਜੀ ਫਟਾਫਟ। ਸੋ ਦੀ ਰਾਈਟ ਆਨਸਰ ਆਈ ਹੋਪ ਤੁਸੀਂ ਆਪਦਾ ਜਿਹੜਾ ਆਪਸ਼ਨ ਹੈ ਉਹ ਸਿਲੈਕਟ ਕਰ ਵੀ ਲਿਆ ਹੋਣਾ ਹੈ, ਆਨਸਰ ਵੀ ਆ ਰਹੇ ਹੋਣੇ ਹੈ। ਸੋ ਜਿਹੜਾ ਹੈ ਇਸ ਕੁਛ, ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਲੈਕਚਰ ਜਿਹੜਾ ਹੁੰਦਾ ਹੈ ਫਰੈਂਡਸ ਇਹ ਸਟ੍ਰੀਮ ਕੀਤਾ ਜਾਂਦਾ ਹੈ। ਠੀਕ ਹੈ, ਦੇਖੋ ਜਦੋਂ ਇਹ ਲੈਕਚਰ ਆਏਗਾ ਮੈਂ ਵੀ ਤੁਹਾਡੇ ਨਾਲ ਜਿਹੜਾ ਹੈ ਉਹ ਇਸ ਲੈਕਚਰ ਨੂੰ ਦੇਖ ਰਿਹਾ ਹੋਊਗਾ। ਸੋ ਤੁਹਾਡੇ ਕੋਈ ਵੀ ਡਾਊਟ ਹੈ ਤੁਸੀਂ ਲਾਈਵ ਚੈਟ ਦੇ ਵਿੱਚ ਲਿਖ ਸਕਦੇ ਹੋ, ਮੈਂ ਉੱਥੇ ਇਸ ਚੀਜ਼ ਦਾ ਜਵਾਬ ਜਿਹੜਾ ਹੈ ਉਹ ਤੁਹਾਡਾ ਦਊਂਗਾ, ਕਿਉਂਕਿ ਮੇਰੇ ਅਕੋਰਡਿੰਗ ਜਿਹੜਾ ਹੈ ਇਹ ਬੈਸਟ ਵੇ ਰਹਿੰਦਾ ਹੈ। ਕਿਉਂਕਿ ਅਗਰ ਜਦੋਂ ਲਾਈਵ ਹੁੰਦਾ ਹੈ ਤਾਂ ਉਹਦੇ ਵਿੱਚ ਕਈ ਵਾਰੀ ਦਿੱਕਤ ਇਹ ਆਉਂਦੀ ਹੈ ਕਿ ਜ਼ਿਆਦਾ ਧਿਆਨ ਜਿਹੜਾ ਟੀਚਰ ਦਾ ਉਹ ਜਾਂਦਾ ਹੈ ਕਮੈਂਟਸ ਦੇ ਉੱਪਰ। ਕੋਈ ਗੱਲ ਨਹੀਂ, ਅਗਰ ਤੁਸੀਂ ਇਹ ਫੀਡਬੈਕ ਦਿਓਗੇ ਕਿ ਸਰ ਲਾਈਵ ਕਰੋ, ਆਪਾਂ ਲਾਈਵ ਵੀ ਕਰ ਦਾਂਗੇ, ਕੋਈ ਵੀ ਪ੍ਰੋਬਲਮ ਨਹੀਂ ਹੈ। ਲੇਕਿਨ ਸਟ੍ਰੀਮ ਕਰਨ ਦੇ ਵਿੱਚ ਇਹ ਮੇਨ ਬੈਨੀਫਿਟ ਰਹਿੰਦਾ ਹੈ ਕਿ ਸਾਰਾ ਦਾ ਸਾਰਾ ਜਿਹੜਾ ਧਿਆਨ ਹੈ ਟੀਚਰ ਦਾ ਉਹ ਟੋਟਲੀ ਰਹਿੰਦਾ ਹੈ ਕੁਐਸਚਨਸ ਦੇ ਉੱਪਰ, ਤੇ ਜਿਹੜੇ ਹੈ ਉਹਦੀ ਜਿਵੇਂ ਆਪਾਂ ਕਹਿ ਰਹੀਏ ਕਿ ਉਹਦੀ ਡਿਟੇਲ ਦੇ ਉੱਪਰ। ਸੋ ਤੁਸੀਂ ਫੀਡਬੈਕ ਇਸ ਬਾਰੇ ਵੀ ਦੇ ਸਕਦੇ ਹੋ, ਅਗਰ ਤੁਸੀਂ ਕਹੋਗੇ ਤਾਂ ਆਪਾਂ ਲਾਈਵ ਵੀ ਸ਼ੁਰੂ ਕਰ ਦਾਂਗੇ, ਲੇਕਿਨ ਅਦਰਵਾਈਜ਼ ਇਹ ਸਟ੍ਰੀਮ ਹੋ ਰਿਹਾ ਹੈ। ਆਈ ਵਿਲ ਬੀ देयर ਅਲੋਂਗ ਵਿਦ ਯੂ ਇਨ ਦੀ ਕਮੈਂਟ ਬਾਕਸ। ਸੋ ਅਗਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕੁਝ ਲਿਖੋਗੇ ਜਾਂ ਲਾਈਵ ਚੈਟ ਦੇ ਵਿੱਚ ਕੁਝ ਲਿਖੋਗੇ ਮੈਂ ਰਿਪਲਾਈ ਉਹਦਾ ਕਰ ਦੂੰਗਾ। ਸੋ ਇਹਦਾ ਸਹੀ ਜਵਾਬ ਹੈ ਫਰੈਂਡਸ ਸਿਵਲ ਡਿਸਓਬੀਡੀਐਂਸ ਮੂਵਮੈਂਟ। ਸੋ ਡਿਟੇਲ ਦੀ ਗੱਲ ਕਰਦੇ ਹਾਂ। ਇੱਥੇ ਮੈਂ ਤੁਹਾਨੂੰ ਦੱਸਦਾ ਕਿ ਵੀਕਲੀ ਗਿਆਨ ਸ਼ੋ ਕਿਵੇਂ ਡਿਫਰੈਂਟ ਹੈ। ਹੁਣ ਤੱਕ ਆਪਾਂ ਜਿਹੜੇ ਹੈ ਨਾਰਮਲੀ ਕੁਐਸਚਨਸ ਕਰਦੇ ਸੀਗੇ, ਹੁਣ ਸਾਰੀਆਂ ਚੀਜ਼ਾਂ ਨੂੰ ਇਨਕਲਕੇਟ ਕਰਨ ਤੋਂ ਬਾਅਦ ਕੀ ਚੀਜ਼ ਹੈ ਇਹ ਹੈ ਦੀ ਡਿਟੇਲ। ਸੋ आजादी का अमृत महोत्सव, व्हाट इज दिस आजादी का अमृत महोत्सव? देखो देश आजाद होया सीगा, अपना भारत देश आजाद होया सी 15 अगस्त 1947। 75 साल पूरे हो रहे हैं 15 अगस्त 2022 ਨੂੰ। सो सैलीब्रेशन 75 साल है तो बहुत वड्डी सैलीब्रेशन ਜਿਹੜੀ ਹੋਣੀ ਚਾਹੀਦੀ ਹੈ। ਸੋ ਉਸ ਸੈਲੀਬ੍ਰੇਸ਼ਨ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ 75 ਸਾਲਾਂ ਦੀ ਆਜ਼ਾਦੀ ਦੀ ਸੈਲੀਬ੍ਰੇਸ਼ਨ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ 75 ਹਫ਼ਤੇ ਪਹਿਲਾਂ,
मीनस 75 वीक्स प्रायर ही ਜਿਹੜੀਆਂ ਸੈਲੀਬ੍ਰੇਸ਼ਨ ਹੈ ਉਹ ਸਟਾਰਟ ਕੀਤੀਆਂ ਜਾ ਰਹੀਆਂ ਸੈਲੀਬ੍ਰੇਸ਼ਨ ਦਾ ਮਤਲਬ ਜਿਹੜੇ ਸਕੂਲ ਸਟੂਡੈਂਟਸ ਹੈ ਕਾਲਜ ਸਟੂਡੈਂਟਸ ਹੈ ਉਹਨਾਂ ਦੇ ਵਿੱਚ ਡਿਫਰੈਂਟ ਐਸੇ ਕੰਪੀਟੀਸ਼ਨ ਕਰਵਾਏ ਜਾਣਗੇ ਉਹਨਾਂ ਦੇ ਵਿੱਚ ਪੇਂਟਿੰਗ ਕੰਪੀਟੀਸ਼ਨਸ ਕਰਵਾਏ ਜਾਣਗੇ ਤਰ੍ਹਾਂ ਦੇ ਕੁਇਜ਼ ਕਰਵਾਏ ਜਾਣਗੇ ਤਾਂ ਕਿ ਜਿਹੜਾ ਯੂਥ ਹੈ ਉਹ ਵੱਧ ਤੋਂ ਵੱਧ ਜਾਣ ਸਕੇ ਆਪਣੇ ਸੁਤੰਤਰਤਾ ਸੈਨਾਨੀਆਂ ਬਾਰੇ ਵੱਧ ਤੋਂ ਵੱਧ ਜਾਣ ਸਕੇ ਆਪਣੇ ਦੇਸ਼ ਦੇ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣ ਸਕੇ ਆਪਣੀ ਫ੍ਰੀडम मूवमेंट बारे सो उस नूं किया गया है आजादी का अमृत महोत्सव उन्होंने 75 हफ्ते पहला शुरू किया गया है ते दिन रखा गया है 12 मार्च हुण 12 मार्च ही क्यों क्योंकि 12 मार्च 1930 वो दिन सीगा जदों महात्मा गांधी जी आपदे 77 जिहड़े उन्हां दे नाल टोटल 78 सीगे 77 जिहड़े कैंपेनियन सीगे उन्हां दे नाल उन्होंने साबरमती तो एक यात्रा शुरू की सी डांडी यात्रा जिसका नाम किया गया सीगा ते नमक सत्याग्रह इहनूं आपां कह सकते हैं मैं इत्थे तुहानूं प्रॉपर नहीं दिख पा रहा होगा सो इहनूं आपां कह दिंदे आ नमक सत्याग्रह जिहनूं आपां कहने आ कि जिहड़ी है इंडियन नैशनल कांग्रेस ने स्टार्ट किया सीगा महात्मा गांधी जी की अगर आपां कहीए कि उन्हां दी ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਸੋ ਇਹਦੇ ਵਿੱਚ ਹੋਇਆ ਕੀ ਸੀਗਾ ਕਿ ਜਿਹੜੀ ਅੰਗਰੇਜ਼ ਸਰਕਾਰ ਸੀਗੀ ਜਾਂ ਅੰਗਰੇਜ਼ ਜਿਹੜੇ ਸੀਗੇ ਉਹ ਇੰਡੀਆ ਦੇ ਹੀ ਜਿਹੜੀਆਂ ਹੋਮ ਸਹੂਲਤਾਂ ਸੀਗੀਆਂ ਉਹਦੇ ਤੇ ਹੀ ਟੈਕਸ ਲਗਾ ਰਹੇ ਸੀਗੇ ਸੋ ਉਸ ਨੂੰ ਇੱਕ ਸਵਿਨਿਆ ਅਵਗਿਆ ਦੀ ਤਰਫੋਂ ਯਾਨੀ ਕਿ ਉਹਦੇ ਇੱਕ ਨਾਰਾਜ਼ਗੀ ਜ਼ਾਹਿਰ ਕਰਨ ਵਾਸਤੇ ਇਹ ਜਿਹੜਾ ਅੰਦੋਲਨ ਹੈ ਸ਼ੁਰੂ ਕੀਤਾ ਗਿਆ ਸੀਗਾ ਇਹ ਸ਼ੁਰੂ ਕੀਤਾ ਗਿਆ ਸੀ 12 ਮਾਰਚ ਨੂੰ ਦੈਟਸ ਵਾਈ 12 ਮਾਰਚ ਦਾ ਜਿਹੜਾ ਦਿਨ ਹੈ ਉਹ ਰੱਖਿਆ ਗਿਆ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ 12th ਮਾਰਚ ਹੀ ਕਿਉਂ ਰੱਖਿਆ ਗਿਆ ਕਿਉਂਕਿ ਇਹ ਸਵਿਨਿਆ ਅਵਗਿਆ ਅੰਦੋਲਨ ਦੇ ਨਾਲ कोइंसाइड करता है अगर आप गल करिए नॉन कोऑपरेशन मूवमेंट दी ते तुहानूं पता है 1920-21 दे विच 1920s दे विच इहनूं शुरू किया गया सीगा महात्मा गांधी जी दे द्वारा जिहड़ा कि 1922 दे विच चोरी चोरा दी घटना तो बाद जिहड़ा है इहनूं खत्म कर दिता गया सी क्विट इंडिया मूवमेंट की गल करिए तो यह शुरू किया गया सीगा 8 अगस्त 1942 तो भारत छोड़ो अंदोलन 8 अगस्त 1942 इत्थे शुरू किया गया सीगा ते सविनय अवज्ञा अंदोलन जिहड़ा है वो शुरू किया गया सी 12 मार्च 1930 Next, a non-lapsable fund pronounced as PMSSN has recently been launched by Government of India. What does first S of the name stands for? क्वेश्चन पूछा जा रहा है एक नॉन लैप्सेबल फंड नॉन लैप्सेबल का मतलब की होता है कि जिहड़ा कि कदे खत्म नहीं होएगा जिवें मैं एग्जाम्पल दिता सीगा जदों असीं ऐप दे विच इस चीज़ नूं कर रहे सीगे तां वो एग्जाम्पल ये सीगा कि जिस तरह तुसीं प्रीपेड कनैक्शन यूज़ करते हो मान लो तुहानूं ਹੁਣ ਤਾਂ ਚਲੋ ਪਰ ਡੇ ਦਾ ਮਿਲਦਾ ਹੈ ਚਲੋ ਪਰ ਡੇ ਦਾ ਵੀ ਤੁਸੀਂ ਮੰਨ ਸਕਦੇ ਹੋ ਪਰ ਡੇ ਦਾ ਮੰਨ ਲਓ ਤੁਹਾਨੂੰ 2 GB ਨੈਟ ਮਿਲਦਾ ਹੈ ਸ਼ਾਮ ਤੱਕ ਤੁਸੀਂ 500 MB ਲਗਾਇਆ ਤਾਂ ਅਗਲੇ ਦਿਨ ਉਹ 1.5 GB ਤੁਹਾਡੇ ਚ ਐਡ ਨਹੀਂ ਹੁੰਦਾ ਉਹ ਖਤਮ ਹੋ ਜਾਂਦਾ ਹੈ ਸੋ ਇਹਨੂੰ ਕਹਿੰਦੇ ਆ ਲੈਪਸੇਬਲ ਇਹੀ ਜਦੋਂ ਆਪਾਂ ਪੋਸਟਪੇਡ ਕਨੈਕਸ਼ਨ ਲਿੱਤਾ ਮੰਨ ਲਓ ਪੂਰੇ ਮੰਥ ਦਾ 5 GB ਮੰਨ ਲਓ ਆਪਾਂ ਡਾਟਾ ਮਿਲਿਆ ਆਪਾਂ ਨੂੰ ਤਾਂ ਅਗਰ ਉਹ ਡਾਟਾ ਆਪਾਂ 3 GB ਯੂਜ਼ ਕੀਤਾ ਤਾਂ ਮੰਨ ਲਓ ਕੰਪਨੀ ਕਹਿ ਰਹੀ ਹੈ ਕਿ 2 GB ਅਗਲੇ ਮੰਥ ਦੇ ਵਿੱਚ ਐਡ ਹੋ ਜਾਏਗਾ ਤਾਂ ਉਹਨੂੰ ਕਹਿੰਦੇ ਆ ਨੌਨ ਲੈਪਸੇਬਲ ਸੋ ਇੱਕ ਨੌਨ ਲੈਪਸੇਬਲ ਫੰਡ ਅਨਾਉਂਸ ਕੀਤਾ ਗਿਆ ਗਵਰਨਮੈਂਟ ਆਫ ਇੰਡੀਆ ਦੁਆਰਾ ਜਿਹਦਾ ਨਾਮ ਹੈ PMSSN ਇਹਦੇ ਚੋਂ ਪਹਿਲਾ S ਜਿਹੜਾ ਹੈ फस्ट S अगर आप ओबवियसली गल है कि आप लैफ्ट साइड तो शुरू करते हैं तो PMS दा की मतलब है स्वच्छता स्वास्थ्य सुरक्षा या सिक्योरिटी की मतलब है जी पहले S दा सो ਜਿਹੜਾ ਜਦੋਂ मैं क्वेश्चन ਨੂੰ एक्सप्लेन करूंगा ना ਤੁਹਾਡੇ ਕੋਲ ਉਹਨਾਂ ਕੀ ਟਾਈਮ ਹੈ ਆਨਸਰ ਦੇਣ ਦਾ ਠੀਕ ਹੈ ਜੀ ਮੀਨਸ ਮੈਂ ਨਾਲ ਦੀ ਨਾਲ ਜਿਹੜਾ ਇਹਦਾ ਸਹੀ ਜਵਾਬ ਦੇਣਾ ਇਹਦਾ ਸਹੀ ਜਵਾਬ ਹੈ ਜੀ ਸਵਾਸਥਿਆ ਸੋ PMSSN PM ਦਾ ਮਤਲਬ ਤਾਂ ਹੋਏਗਾ ਪ੍ਰਧਾਨ ਮੰਤਰੀ S ਦਾ हो गया स्वास्थ्य है बाकी दोनों का की मतलब है बाकी दोनों का आ मतलब है जी थोड़े सामने है बाकी दोनों का मतलब है PMSSN का पूरा मतलब है प्रधानमंत्री स्वास्थ्य सुरक्षा निधि निधि की होंदा जी निधि होंदा एक तरह का फंड नूं निधि कहंदे हैं ठीक है सो ਇੱਥੇ ਨਿਧੀ ਤੋਂ ਤੁਹਾਨੂੰ ਉਹ ਵੀ ਯਾਦ ਆਇਆ ਹੋਵੇਗਾ PM ਸਵਾਨਿਧੀ ਸਕੀਮ ਜਾਰੀ ਹੋਈ ਸੀਗੀ ਨਾ ਜੂਨ 2020 ਦੇ ਵਿੱਚ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਮਤਲਬ ਫੰਡ ਸੋ ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਨਿਧੀ ਇਹ ਲਾਂਚ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਨੇ ਸੋ ਇਸ ਨਿਧੀ ਦੇ ਵਿੱਚ ਕੀ ਹੋਏਗਾ ਜਿਹੜੇ ਵੀ ਆਪਣੇ ਤੋਂ ਹੈਲਥ ਐਂਡ ਐਜੂਕੇਸ਼ਨ ਸੈਸ ਲਿਆ ਜਾਂਦਾ ਹੈ सैस समझते हो की होंदा है सैस होंदा है टैक्स दे ऊपर जिहड़ा टैक्स होंदा है यानी कि एक एडिशनल टैक्स एक तो होंदा है टैक्स की कुछ पोर्शन जिहड़ा है वो किसी भी चीज़ का इनकम का या होर है तो वो पोर्शन कट के जिहड़ा है लिता जाएगा तो उन्होंने टैक्स कहते हैं सैस होंदा है टैक्स के ऊपर टैक्स लगाना किसी एक स्पैसीफिक परपज वास्ते जिवें कि परपज की है हेल्थ एंड एजुकेशन सैस सो हेल्थ एंड एजुकेशन सैस जिहड़ा कि फाइनेंस एक्ट 2007 तो जारी होने तो लगातार लिता जा रहा है उस सैस दे जिहड़ा अमाउंट
अमाउंट आएगा उस अमाउंट ਨੂੰ एक फंड ਦੇ ਵਿੱਚ ਰੱਖਿਆ ਜਾਏਗਾ ਜਿਹਨੂੰ ਕਿਹਾ ਜਾਏਗਾ ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਨਿਧੀ। ਉਹ ਇੱਕ ਨੋਨ ਲੈਪਸੇਬਲ ਫੰਡ ਹੋਏਗਾ ਤੇ ਉਸ ਫੰਡ ਦਾ ਇਸਤੇਮਾਲ ਕੀਤਾ ਜਾਏਗਾ ਜਿੰਨੀਆਂ ਵੀ ਫਲੈਗਸ਼ਿਪ ਸਕੀਮ ਹੈਗੀਆਂ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀਆਂ, ਜਿਵੇਂ ਕਿ ਫੋਰ ਐਗਜ਼ਾਮਪਲ ਆਯੁਸ਼ਮਾਨ ਭਾਰਤ, ਫੋਰ ਐਗਜ਼ਾਮਪਲ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ, ਫੋਰ ਐਗਜ਼ਾਮਪਲ ਨੈਸ਼ਨਲ ਹੈਲਥ ਮਿਸ਼ਨ NHM ਜਿਹਨੂੰ ਕਹਿੰਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਫਲੈਗਸ਼ਿਪ ਸਕੀਮਸ ਹੈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀਆਂ, ਉਸ ਦੇ ਵਿੱਚ ਜਿਹੜਾ ਫੰਡ ਚਾਹੀਦਾ ਹੋਏਗਾ ਉਹ ਸਾਰਾ ਦਾ ਸਾਰਾ ਫੰਡ ਕਿੱਥੋਂ ਲਿੱਤਾ ਜਾਏਗਾ? ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਨਿਧੀ ਤੋਂ। ਸੋ ਇਹ ਇਕਨੋਮੀ ਰਿਲੇਟਡ ਨਿਊਜ਼ ਸੀਗੀ, that was in news. Next, Arjun Sahayak irrigation project is related to which of the following state of India? So question समझो जी। question है अर्जुन सहायक irrigation project ਇਹ ਕਿਹੜੀ state ਨਾਲ relate ਕਰਦਾ है? यूपी that is उत्तर प्रदेश, मध्य प्रदेश, कर्नाटका या राजस्थान? तो उत्तर प्रदेश ਨਾਲ relate करदा है, मध्य प्रदेश ਨਾਲ relate करदा है, कर्नाटका ਨਾਲ relate करदा है या राजस्थान ਨਾਲ relate करदा है? ਇਹ है अर्जुन सहायक irrigation project। अर्जुन सहायक इरीगेशन प्रोजेक्ट ये रिलेट करता है जी उत्तर प्रदेश नाल। दी राइट आंसर इज ए दैट इज यूपी। किस तरह रिलेट करता है? अगर आप एस की गल करिए, सो एस बारे जो आप गल करते हैं तो वो आएगा उत्तर प्रदेश। अर्जुन सहायक इरीगेशन प्रोजेक्ट विल बी लॉन्च्ड बाय पीएम ऑफ इंडिया इन नेक्स्ट 1 or 2 months। सो अगले 1 या 2 ਮਹੀਨਿਆਂ ਦੇ ਵਿੱਚ ਪ੍ਰਧਾਨਮੰਤਰੀ ਜੀ ਨੇ ਇਹਨੂੰ ਲਾਂਚ ਕਰਨਾ ਹੈ। ਸੋ ਨਾਓ ਇਸ ਹਫਤੇ ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇਹਦਾ ਇੱਕ ਪਾਰਟ ਹੈ ਜਿਹਨੂੰ ਕਹਿੰਦੇ ਆ ਲਹਿਚੂਰਾ ਡੈਮ। ਸੋ ਲਹਿਚੂਰਾ ਡੈਮ ਜਿਹੜਾ ਕਿ ਇਸ ਪ੍ਰੋਜੈਕਟ ਦਾ ਇੱਕ ਪਾਰਟ ਹੈ, ਉਹਨੂੰ ਸੀਐਮ ਯੋਗੀ ਆਦਿੱਤਿਆਨਾਥ ਜੀ ਨੇ ਉਹਦੀ ਲਾਂਚਿੰਗ ਕੀਤੀ, ਉਹਦੀ ਇਨੋਗ੍ਰੇਸ਼ਨ ਕੀਤੀ। ਸੋ ਜਿਹੜਾ ਇਰੀਗੇਸ਼ਨ ਇਸ ਦਾ ਮਤਲਬ ਹੈ ਅਰਜੁਨ ਸਹਾਇਕ ਇਰੀਗੇਸ਼ਨ ਪ੍ਰੋਜੈਕਟ ਜਿਹੜਾ ਹੈ ਇਹ 2600 ਕਰੋੜ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਕਿ ਢਾਸਨ ਰਿਵਰ ਤੇ ਬਣ ਰਿਹਾ ਹੈ। ਕਿਹੜੀ ਰਿਵਰ ਹੈ? ਢਾਸਨ ਰਿਵਰ, ਜਿਹੜੀ ਕਿ ਟ੍ਰਿਬਿਊਟਰੀ ਹੈ ਬੇਤਵਾ ਰਿਵਰ ਦੀ। बेतवा रिवर की ट्रिब्यूटरी धासन रिवर, उस रिवर के उपर 2600 करोड़ की लागत के नाल अर्जुन सहायक इरीगेशन प्रोजेक्ट बन रहा है। ते जिहड़े प्रोजेक्ट बनन नाल यूपी दियां बांदा, महोबा ते हमीरपुर जिहड़ा एरिया है, इन्हां सारे एरियाज नूं उन्हां दी जिहड़ी अगर आपां सिंचाई की गल करिए या पीण दे पानी की गल करिए, इस सारी चीज दे विच बेनीफिट होएगा। सो उत्तर प्रदेश वाज इन न्यूज़ बिकॉज ऑफ अर्जुन सहायक इरीगेशन प्रोजेक्ट। इत्थे मैं तुहानूं एक चीज दसना चाहूँगा, जो डेली तौर ते जिहड़े मेरे रेगुलर व्यूअर हैगे आ ऐप दे विच असीं पढ़दे आ, तां उहदे विच मैं तुहानूं दसना चाहूँगा, उन्हां सारिਆਂ ਨੂੰ ਇਹ चीज़ दा पता है, तुहानूं भी सारिਆਂ ਨੂੰ मैं ਇਹ चीज़ ਜਿਹੜੀ है ਇਹ ਦੱਸਣੀ ਚਾਹੂੰਗਾ कि ਜਦੋਂ ਵੀ ਤੁਸੀਂ ਕਿਸੇ ਸਟੇਟ ਨੂੰ ਦੇਖਦੇ ਹੋ, ਮੰਨ ਲਓ ਆਪਸ਼ਨਸ ਦੇ ਵਿੱਚ ਬਾਕੀ ਸਟੇਟਸ ਦੇਖੀਆਂ ਜਾਂ ਆਪਾਂ ਇਹ ਕਹਿ ਲਈਏ ਕਿ ਕੰਟਰੀ ਦੇਖਿਆ, ਕਿਸੇ ਵੀ ਕੁਐਸਚਨ ਦੇ ਵਿੱਚ ਮੰਨ ਲਓ ਡਿਫਰੈਂਟ ਕੰਟਰੀਜ਼ ਦਾ ਨਾਮ ਹੈ, ਤਾਂ ਤੁਹਾਨੂੰ ਇੱਕ ਚੀਜ਼ ਨਾ ਉੱਥੇ ਆਣੀ ਚਾਹੀਦੀ ਹੈ। ਉਹ ਕੀ ਆਣਾ ਚਾਹੀਦਾ ਹੈ? ਨਾਲ ਦੀ ਨਾਲ ਤੁਹਾਡੇ ਦਿਮਾਗ ਦੇ ਵਿੱਚ ਉਸ ਸਟੇਟ ਨੂੰ ਲੈ ਕੇ ਜਾਂ ਉਸ ਕੰਟਰੀ ਨੂੰ ਲੈ ਕੇ, ਕੰਟਰੀ ਦੀਆਂ ਨਿਊਜ਼ ਚਲੋ ਥੋੜੀਆਂ ਘੱਟ ਹੁੰਦੀਆਂ, ਕੰਟਰੀ ਨੂੰ ਲੈ ਕੇ ਕੋਈ 3 ਚੀਜ਼ਾਂ ਕਰ ਸਕਦੇ ਹੋ, ਸਟੇਟ ਨੂੰ ਲੈ ਕੇ ਨਾਲ ਦੀ ਨਾਲ 5 ਜਾਂ 6 ਚੀਜ਼ਾਂ ਫਟਾਫਟ ਤੁਹਾਡੇ ਦਿਮਾਗ ਦੇ ਵਿੱਚ ਆਣੀਆਂ ਚਾਹੀਦੀਆਂ ਕਿ ਇਹ ਸਟੇਟ ਜਾਂ ਇਹ ਕੰਟਰੀ ਕਿਹੜੇ ਕਾਰਨ ਕਰਕੇ ਨਿਊਜ਼ ਦੇ ਵਿੱਚ ਸੀਗੀ। ਸੋ ਫਟਾਫਟ ਅਗਰ ਮੰਨ ਲਓ ਆਪਾਂ ਗੱਲ ਕਰੀਏ ਉੱਤਰ ਪ੍ਰਦੇਸ਼ ਦੇ ਬਾਰੇ, ਚਲੋ ਆਪਾਂ ਗੱਲ ਕਰ ਹੀ ਲਈ, ਮੰਨ ਲਓ ਬਾਕੀ 3 ਆਪਸ਼ਨ ਹੈ। ਮੱਧ ਪ੍ਰਦੇਸ਼ ਕਿਉਂ ਨਿਊਜ਼ ਦੇ ਵਿੱਚ ਸੀਗਾ? एग्जाम्पल दे रहा, मध्य प्रदेश न्यूज़ दे विच सीगा फॉर एग्जाम्पल सांस अभियान करके। सांस की है? निमोनिया नाल, जिहड़ी निमोनिया नूं खत्म करन दी स्कीम है, निमोनिया नाल जिहड़े है वो लड़न दी स्कीम है बच्चों वास्ते। सो सांस। पंख अभियान लॉन्च किया सी मध्य प्रदेश ने 24 जनवरी जिहड़ा नैशनल गर्ल चाइल्ड डे हुंदा है, उदों पंख अभियान लॉन्च किया गया सीगा। फिर अगर आप गल करिए मध्य प्रदेश न्यूज़ दे विच सीगा लॉन्च पैड स्कीम करके, जिहड़ा उन्होंने जिहड़े युवा हैगे है उन्हां नूं आत्मनिर्भर बनने वास्ते जिहड़ा प्लान लॉन्च किया सी, दैट वाज लॉन्च पैड स्कीम। फिर अगर आप मध्य प्रदेश की गल करिए तो कोरोना टाइम दे विच इन्होंने एक स्कीम लागू की थी, चरण पादुका स्कीम। ਜਿਹੜੇ ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੇ ਹੈ ਉਹਨਾਂ ਨੂੰ ਚੱਪਲ, ਸ਼ੂਜ਼ ਵਗੈਰਾ ਪ੍ਰੋਵਾਈਡ ਕਰਵਾਉਣ ਵਾਸਤੇ ਚਰਨ ਪਾਦੁਕਾ ਸਕੀਮ। ਐਸ ਕਰਕੇ ਜਿਹੜਾ ਮੱਧ ਪ੍ਰਦੇਸ਼ ਹੈ ਉਹ ਨਿਊਜ਼ ਦੇ ਵਿੱਚ ਸੀਗਾ। ਸੋ ਮੱਧ ਪ੍ਰਦੇਸ਼ ਦੀ ਇੱਕ ਸਿਟੀ ਹੈ ਇੰਦੌਰ, ਜਿਹੜੀ ਕਿ ਪਿਛਲੇ 4 ਸਾਲਾਂ ਤੋਂ ਇੰਡੀਆ ਦੀ ਕਲੀਨਲੈਸ ਸਿਟੀ ਜਿਹੜੀ ਹੈ ਉਹ ਬਣ ਰਹੀ ਹੈ ਇੰਦੌਰ ਦੀ ਹੀ ਮਿਊਨਿਸਪਲ ਕਾਰਪੋਰੇਸ਼ਨ ਹੈ ਜਿਹਨੂੰ ਕਿ ਬੈਸਟ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਟੈਗ ਹੈ ਉਹ ਮਿਲਿਆ ਹੈ। ਸੋ ਇਸ ਤਰ੍ਹਾਂ ਤੁਹਾਨੂੰ ਪਿਛਲੇ 3-4 ਮਹੀਨਿਆਂ ਦਾ ਜਦੋਂ ਤੁਸੀਂ ਲਗਾਤਾਰ ਪੜ੍ਹਦੇ ਹੋ ਤਾਂ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਹੋ ਨਾਲ ਦੀ ਨਾਲ ਤੁਹਾਡੇ ਮਾਈਂਡ ਦੇ ਵਿੱਚ ਰੀਕਾਲ ਹੋਣਾ ਚਾਹੀਦਾ ਹੈ, ਨਾਲ ਦੀ ਨਾਲ ਉਹ ਚੀਜ਼ ਰਿਵੀਜ਼ਨ ਹੋਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਕਿਉਂ ਨਿਊਜ਼ ਦੇ ਵਿੱਚ ਹੈ। ਠੀਕ ਹੈ ਜੀ। ਸੋ ਐਸੇ ਤਰ੍ਹਾਂ ਤੁਸੀਂ ਬਾਕੀ ਸਟੇਟਾਂ ਦਾ ਵੀ ਕਰਨਾ ਹੈ। ਨੈਕਸਟ ਗੱਲ ਕਰਦੇ ਹਾਂ ਜੀ। ਐਜ਼ ਪਰ ਰੀਸੈਂਟ ਨਿਊਜ਼ ਰਸ਼ੀਆ ਹੈਜ਼ ਸਾਈਨਡ ਅ ਪਲੈਨੇਟਰੀ ਪੈਕਟ with which of the following country for the construction of lunar lander named as Lunar 25? So
जिस तरह ਦੀਆਂ ਨਿਊਜ਼ ਆ ਰਹੀਆਂ ਰੀਸੈਂਟ ਦੇ ਵਿੱਚ ਰਸ਼ੀਆ ਨੇ ਇੱਕ ਪੈਕਟ ਸਾਈਨ ਕੀਤਾ ਹੈ ਜਿਹਨੂੰ ਕਿਹਾ ਗਿਆ ਪਲੈਨੇਟਰੀ ਪੈਕਟ। ਉਹ ਸਾਈਨ ਕੀਤਾ ਉਹਨਾਂ ਨੇ ਕਿਹੜੀ ਕੰਟਰੀ ਦੇ ਨਾਲ, ਜਿਹਦੇ ਨਾਲ ਮਿਲ ਕੇ ਉਹ ਇੱਕ ਲਿਊਨਰ ਲੈਂਡਰ ਬਣਾਉਣਗੇ ਜਿਹਦਾ ਨਾਮ ਹੈ ਲਿਊਨਰ 25। ਕੀ ਉਹ ਇੰਡੀਆ ਹੈ, ਚਾਈਨਾ ਹੈ, स्विट्जरलैंड है या इजराइल है? इंडिया, चाइना, स्विट्जरलैंड या इजराइल, की ऑप्शन आएगा जी अंदर? सो द राइट आंसर टू दिस क्वेश्चन इज चाइना। सो रशिया USSR किसी टाइम ते USSR ਹੁੰਦਾ ਸੀ ਜਦੋਂ ਉਜ਼ਬੇਕਿਸਤਾਨ ਵਗੈਰਾ ਕਜ਼ਾਕਿਸਤਾਨ ਸਾਰੇ ਨਾਲ ਹੁੰਦੇ ਸੀਗੇ ਤਾਂ ਉਸ ਟਾਈਮ ਤੇ ਸਪੇਸ ਦੇ ਵਿੱਚ ਇਹਦਾ ਕੋਈ ਜਿਹੜਾ ਤੋੜ ਨਹੀਂ ਸੀਗਾ। ਸਪੇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਸਪੇਸ ਦੇ ਵਿੱਚ ਜਾਣ ਵਾਲਾ ਪਹਿਲਾ ਜਿਹੜਾ ਨਾਗਰਿਕ ਸੀਗਾ ਉਹ ਵੀ ਜਿਹੜਾ ਪਹਿਲਾ ਜਿਹੜਾ ਐਸਟਰੋਨੌਟ ਆਪਾਂ ਕਹਿ ਸਕਦੇ ਹਾਂ ਉਹ ਸੀਗੇ, ਉਹ ਰਸ਼ੀਆ ਦੇ ਸੀਗੇ। ਵੈਸੇ ਰਸ਼ੀਆ ਦੇ ਐਸਟਰੋਨੌਟ ਨੂੰ ਆਪਾਂ ਕੋਸਮੋਨੌਟ ਕਹਿੰਦੇ ਆ ਕਿਉਂਕਿ ਰੋਸਕੋਸਮੋਸ ਉਹਨਾਂ ਦੀ ਜਿਹੜੀ ਹੈ ਉਹ ਸਪੇਸ ਏਜੰਸੀ ਦਾ ਨਾਮ ਹੈ। ਲੇਕਿਨ ਹੁਣ ਰਸ਼ੀਆ ਨੂੰ ਆਪਦੇ ਸਪੇਸ ਐਗਰੀਮੈਂਟਸ ਵਾਸਤੇ ਜਾਂ ਸਪੇਸ ਦੇ ਜਿਹੜੇ ਮਿਸ਼ਨਸ ਹੈ ਉਹਨਾਂ ਵਾਸਤੇ ਟਾਈ ਅਪ ਕਰਨਾ ਪੈ ਰਿਹਾ। ਸੋ ਉਹ ਟਾਈ ਅਪ ਉਹਨਾਂ ਨੇ ਕੀਤਾ ਹੈ ਰੀਸੈਂਟ ਦੇ ਵਿੱਚ ਚਾਈਨਾ ਦੇ ਨਾਲ। ਸੋ ਉਹ ਆਪਸ ਵਿੱਚ ਟਾਈ ਅਪ ਕਰਕੇ ਲਿਊਨਰ 25 ਨਾਮ ਦਾ ਜਿਹੜਾ ਹੈ ਉਹ ਇੱਕ ਸੈਂਡ ਕਰਨਗੇ। ਇਹਦੀ ਡਿਟੇਲ ਮੈਂ ਤੁਹਾਨੂੰ ਇੱਥੇ ਸਾਰੀ ਦੱਸ ਦੇਣਾ। ਡਿਟੇਲ ਇਹ ਹੈ ਤੁਹਾਡੇ ਸਾਹਮਣੇ। ਸੋ ਐਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਹ ਹੈ ਪਲੈਨੇਟਰੀ ਪੈਕਟ ਹੈ। ऑब्जेक्टिव की है a complex of experimental research facilities which have been created on either surface or in the orbit of moon ਤੇ ਇਹਦੇ ਤਹਿਤ 1 ਅਕਤੂਬਰ 2021 ਨੂੰ ਇੱਕ ਲਿਊਨਰ ਲੈਂਡਰ ਨੂੰ ਸੈਂਡ ਕਰਨਗੇ ਜਿਹਦਾ ਨਾਮ ਹੈ ਲਿਊਨਰ 25। ਸੋ ਆਈ ਹੋਪ ਤੁਹਾਨੂੰ ਸਾਰੀ ਚੀਜ਼ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਸਮਝ ਆ ਰਹੀ ਹੋਏਗੀ ਐਂਡ ਤੁਹਾਨੂੰ ਇਹ ਚੀਜ਼ ਵਧੀਆ ਵੀ ਲੱਗੀ ਹੋਏਗੀ ਕਿ ਨਾਲ ਆਪਾਂ ਕੁਐਸਚਨਸ ਕਰ ਰਹੇ ਹਾਂ ਤੇ ਨਾਲ ਹੀ ਆਪਾਂ ਉਹਨਾਂ ਸਾਰੀਆਂ ਨਿਊਜ਼ ਦੀ ਪ੍ਰੋਪਰ ਡਿਟੇਲ ਕਰ ਰਹੇ ਹਾਂ। ਮੀਨਸ ਅਗਰ 30 ਕੁਐਸਚਨਸ ਆਣਗੇ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਇਸ ਲੈਕਚਰ ਦੇ ਵਿੱਚ ਤੁਸੀਂ ਵੀਕ ਦੀਆਂ ਮੋਸਟ ਇੰਪੋਰਟੈਂਟ 30 ਕੁਐਸਚਨਸ 30 ਜਿਹੜੀਆਂ ਨਿਊਜ਼ ਹੈ ਉਹਨਾਂ ਦੀ ਇੱਕ ਡਿਟੇਲ ਤੁਹਾਨੂੰ ਮਿਲ ਜਾਏਗੀ। ਨੈਕਸਟ ਕੁਐਸਚਨ ਇਜ਼ Lake Salda, which was in news recently, is located in which of the following country? Lake Salda ਜਿਹੜੀ ਕਿ ਨਿਊਜ਼ ਦੇ ਵਿੱਚ ਸੀਗੀ ਰੀਸੈਂਟ ਦੇ ਵਿੱਚ ਉਹ ਇਹਨਾਂ ਚੋਂ ਕਿਹੜੀ ਕੰਟਰੀ ਦੀ ਲੇਕ ਹੈ? ਇਟਲੀ, USA, ਫਰਾਂਸ ਜਾਂ ਟਰਕੀ? ਇਟਲੀ, USA, ਫਰਾਂਸ ਜਾਂ ਟਰਕੀ, ਕਿਹੜੀ ਸਟੇਟ ਦੀ ਕਿਹੜੀ ਕੰਟਰੀ ਦੀ ਇਹ ਲੇਕ ਹੈ? ਸੋ ਇਹਦਾ ਸਹੀ ਜਵਾਬ ਹੈ ਦੋਸਤੋ D, that is ਟਰਕੀ। ਟਰਕੀ ਦੀ ਲੇਕ ਹੈ ਲੇਕ ਸਾਲਦਾ। ਸੋ ਵਾਈ ਇਟ ਵਾਜ਼ ਇਨ ਨਿਊਜ਼? ਸੋ ਇਹ ਨਿਊਜ਼ ਦੇ ਵਿੱਚ ਕਿਉਂ ਸੀਗੀ ਜੀ? ਇਹ ਨਿਊਜ਼ ਦੇ ਵਿੱਚ ਸੀਗੀ ਐਸ ਪਿਕਚਰ ਕਰਕੇ। ਸੋ ਐਸ ਪਿਕਚਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਪਿਕਚਰ ਕੀ ਕਹਿੰਦੀ ਹੈ? ਇਹ ਪਿਕਚਰ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੈ ਕਿ ਰੀਸੈਂਟ ਦੇ ਵਿੱਚ ਹੀ ਨਾਸਾ ਨੇ ਮਾਰਸ ਦੇ ਉੱਪਰ ਇੱਕ ਆਪਦਾ ਪ੍ਰੋਬ ਭੇਜਿਆ ਜਿਹਦਾ ਕੀ ਨਾਮ ਸੀਗਾ? ਫਟਾਫਟ ਦੱਸੋ ਕੀ ਨਾਮ ਸੀਗਾ? ਪਰਸੀਵਰੈਂਸ। ਪਰਸੀਵਰੈਂਸ ਜਿਹੜਾ ਹੈ ਉਹਦੇ ਉੱਪਰ ਲੈਂਡ ਵੀ ਕਰ ਚੁੱਕਿਆ ਹੈ। ਉਹਨੇ ਲੈਂਡ ਜਿਹੜਾ ਹੈ ਕਿੱਥੇ ਲੈਂਡ ਕੀਤਾ ਹੈ? ਕੁਐਸਚਨ ਇਹ ਵੀ ਬਣ ਸਕਦਾ ਕਿ ਟਿਪੀਕਲ ਕੁਐਸਚਨ ਬਣੇ ਕਿ ਮਾਰਸ ਪ੍ਰੋਬ ਜਿਹੜਾ ਕਿ ਨਾਸਾ ਨੇ ਸੈਂਡ ਕੀਤਾ ਹੈ ਜਿਹਦਾ ਨਾਮ ਹੈ ਪਰਸੀਵਰੈਂਸ, ਉਸ ਪ੍ਰੋਬ ਨੇ ਆਪਾਂ ਕਹੀਏ ਕਿ ਮਾਰਸ ਦੇ ਕਿਹੜੀ ਜਗ੍ਹਾ ਦੇ ਉੱਪਰ ਲੈਂਡ ਕੀਤਾ ਹੈ? ਉਹਦਾ ਨਾਮ ਹੈ ਜਜੇਰੋ ਕ੍ਰੇਟਰ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਆ ਲਿਖਿਆ ਹੋਇਆ ਹੈ ਜਜੇਰੋ ਕ੍ਰੇਟਰ ਡੈਲਟਾ। ਉੱਥੇ ਉਹਨੇ ਜਿਹੜਾ ਹੈ ਉਹ ਇੱਕ ਲੈਂਡ ਕੀਤਾ ਹੈ। ਉਹ ਕੀ ਹੈ? ਉਹ ਇੱਕ ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਕ੍ਰੇਟਰ ਹੈ। ਕ੍ਰੇਟਰ ਕੀ ਹੁੰਦਾ ਹੈ? ਜਿਹੜੀ ਇੱਕ ਖਾਲੀ ਜਗ੍ਹਾ ਜਿਵੇਂ ਆਪਾਂ ਕੈਵਿਟੀ ਵੱਜ ਜਾਂਦੀ ਹੈ ਕਿਸੇ ਵੱਡੀ ਚੀਜ਼ ਦੇ ਵਿੱਚ ਵੱਜਣ ਨਾਲ। ਸੋ ਉਸ ਤਰ੍ਹਾਂ ਦੀ ਜਗ੍ਹਾ ਦੇ ਉੱਪਰ ਲੈਂਡ ਕੀਤਾ ਹੈ। ਸੋ ਉਹਨੇ ਜਿਹੜੀਆਂ ਇਮੇਜਸ ਭੇਜੀਆਂ ਹੈ ਜਾਂ ਉਹਨੇ ਜਿਹੜਾ ਉਸ ਤੇ ਜਿਹੜਾ ਡਾਟਾ ਭੇਜਿਆ ਹੈ ਕਿ ਕਿਸ ਤਰ੍ਹਾਂ ਦੇ ਉੱਥੇ ਕੋਈ ਕਹਿ ਲਓ ਕਿ ਕਿਸ ਤਰ੍ਹਾਂ ਦੇ ਉੱਥੇ ਕੋਈ ਖਣਿਜ ਲਵਣ ਹੈਗੀ ਹੈ ਜਾਂ ਕਿਸ ਤਰ੍ਹਾਂ ਦੇ ਉੱਥੇ ਡਿਫਰੈਂਟ ਸਤਹ ਹੈਗੀ ਹੈ, ਉਹਨੂੰ ਜਦੋਂ ਨਾਸਾ ਨੇ ਪੂਰੀ ਦੁਨੀਆ ਦੀ ਇਸ ਤਰ੍ਹਾਂ ਦੀਆਂ ਕ੍ਰੇਟਰ ਲੋਕੇਸ਼ਨ ਦੇ ਨਾਲ ਮਿਲਾਇਆ ਤਾਂ ਉਹਨਾਂ ਨੂੰ ਬੈਸਟ ਜਿਹੜਾ ਮੈਚ ਲੱਗਿਆ ਲੇਕ ਸਾਲਦਾ ਦੇ ਨਾਲ। ਲੇਕ ਸਾਲਦਾ ਵੀ ਜਿਹੜੀ ਹੈ ਉਹ ਵੀ ਇੱਕ ਕ੍ਰੇਟਰ ਲੇਕ ਹੈਗੀ ਹੈ। ਕ੍ਰੇਟਰ ਲੇਕ ਹੁੰਦੀ ਹੈ ਜਦੋਂ ਕੋਈ ਧਰਤੀ ਦੇ ਉੱਪਰ ਕੋਈ ਉਲਕਾ ਪਿੰਡ ਆ ਕੇ ਵੱਜਦਾ ਹੈ ਜਾਂ ਉਸ ਨਾਲ ਜਿਹੜਾ ਇੱਕ ਖੱਡਾ ਪੈ ਜਾਂਦਾ ਹੈ ਉਹਨੂੰ ਕਹਿੰਦੇ ਆ ਕ੍ਰੇਟਰ। ਜਿਵੇਂ ਕਿ ਇੰਡੀਆ ਦੇ ਵਿੱਚ ਵੀ ਇੱਕ ਲੇਕ ਹੈਗੀ ਹੈ ਲੋਨਾਰ ਲੇਕ ਮਹਾਰਾਸ਼ਟਰ ਦੇ ਵਿੱਚ ਜਿੰਦਾ ਜਿਹੜਾ ਪਾਣੀ ਹੈ ਉਹ ਹਰ ਸਾਲ ਪਿੰਕ ਹੋ ਜਾਂਦਾ ਹੈ ਤੇ ਹਜੇ ਤੱਕ ਸਾਇੰਟਿਸਟ ਨੂੰ ਪਤਾ ਨਹੀਂ ਲੱਗਿਆ ਕਿ ਇਹ ਕਿਉਂ ਪਿੰਕ ਹੋ ਜਾਂਦਾ ਹੈ। ਉਹ ਵੀ ਇੱਕ ਕ੍ਰੇਟਰ ਲੇਕ ਹੈਗੀ ਹੈ। ਸੋ ਜਿਹੜੀ ਲੇਕ ਸਾਲਦਾ ਹੈ ਕ੍ਰੇਟਰ ਲੇਕ ਇਹ ਹੈ ਟਰਕੀ ਦੇ ਵਿੱਚ। ਸੋ ਐਸ ਕਰਕੇ ਇਹ ਨਿਊਜ਼ ਦੇ ਵਿੱਚ ਹੈ ਲੇਕ ਸਾਲਦਾ। नेक्स्ट है जी एज पर recent news a first ever space military exercise happened in the country France. Which of the following countries space forces have not participated in that exercise? ਕੀ ਕੁਐਸਚਨ ਕੀ ਕਹਿ ਰਿਹਾ ਜੀ? ਕੁਐਸਚਨ ਕਹਿ ਰਿਹਾ ਹੈ ਕਿ ਰੀਸੈਂਟ ਨਿਊਜ਼ ਦੇ ਮੁਤਾਬਿਕ ਫਰਾਂਸ ਨੇ ਵਰਲਡ ਦੀ ਪਹਿਲੀ ਸਪੇਸ ਜਿਹੜੀ ਐਕਸਰਸਾਈਜ਼ ਹੈ ਸਪੇਸ ਮਿਲਟਰੀ ਐਕਸਰਸਾਈਜ਼ ਉਹ ਕਰਵਾਈ। ਸਪੇਸ ਮਿਲਟਰੀ ਐਕਸਰਸਾਈਜ਼। ਸੋ ਉਹਦੇ ਚੋਂ ਕਿਹੜੇ ਦੇਸ਼ ਦੀ ਸਪੇਸ ਦੀ ਜਿਹੜੀ ਫੋਰਸ ਹੈ ਉਹਨੇ ਪਾਰਟ ਨਹੀਂ ਲਿੱਤਾ? ਫਰਾਂਸ, USA, ਜਰਮਨੀ ਜਾਂ ਜਾਪਾਨ?
ਕਿਹੜੇ ਦੇਸ਼ ਦੀ ਸਪੇਸ ਫੋਰਸ ਹੈ ਜਿਨੇ ਇਹਦੇ ਵਿੱਚ ਪਾਰਟ ਨਹੀਂ ਲਿੱਤਾ। ਸੋ ਤੁਹਾਨੂੰ ਇਸ ਨਿਊਜ਼ ਬਾਰੇ ਡਿਟੇਲ ਪਤਾ ਹੋਣੀ ਚਾਹੀਦੀ ਹੈ। ਐਵੇਂ ਤਾਂ ਤੁਸੀਂ ਨਹੀਂ ਵਾਲਾ ਜਿਹੜਾ ਇਹ ਕੁਐਸਚਨ ਜਿਹੜੇ ਆਪਾਂ ਕਹੀਏ ਨਾ ਕੁਝ ਕੁਐਸਚਨ ਤਾਂ ਹੁੰਦੇ ਆ ਅਫਰਮੇਟਿਵ ਟਾਈਪ ਕਿ ਤੁਹਾਨੂੰ ਇਹ ਪੁੱਛ ਲਿਆ ਵੀ ਇਹਦਾ ਸਹੀ ਜਵਾਬ ਕੀ ਹੈ, ਉਹ ਕਰਨੇ ਸੌਖੇ ਹੁੰਦੇ ਆ। ਬਟ ਜਿੱਦਾਂ ਦੇ ਕੁਐਸਚਨ ਦੇ ਵਿੱਚੋਂ ਤੁਹਾਨੂੰ ਆਹ ਚੀਜ਼ ਐਦਾਂ ਦੀ ਚੀਜ਼ ਪੁੱਛ ਲਈ ਜਾਂਦੀ ਹੈ ਨਾ ਕਿ ਕਿਹੜੀ ਇਹਨਾਂ ਚੋਂ ਨਹੀਂ ਹੈ, ਤਾਂ ਉਹਦਾ ਮਤਲਬ ਕੀ ਜਾਂਦਾ ਹੈ, ਉਹਦਾ ਮਤਲਬ ਸਿੱਧਾ ਇਹ ਗੱਲ ਜਾਂਦੀ ਹੈ ਕਿ ਉਹਦਾ ਮਤਲਬ ਇਹ ਗੱਲ ਜਾਂਦੀ ਹੈ ਕਿ ਤੁਹਾਨੂੰ ਉਹਨਾਂ ਬਾਕੀ ਤਿੰਨਾਂ ਬਾਰੇ ਵੀ ਸਾਰੀ ਚੀਜ਼ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਸੋ ਇਹਦਾ ਕੀ ਸਹੀ ਜਵਾਬ ਹੈ? ਇਹਦਾ ਸਹੀ ਜਵਾਬ ਹੈ ਡੀ, ਦੈਟ ਇਜ਼ ਜਾਪਾਨ। ਸੋ ਅਗਰ ਆਪਾਂ ਇਸ ਐਕਸਰਸਾਈਜ਼ ਦੀ ਗੱਲ ਕਰੀਏ, ਸੋ ਇਹ ਜਿਹੜੀ ਐਕਸਰਸਾਈਜ਼ ਹੈ ਫਰੈਂਡਸ, ਇਹ ਐਕਸਰਸਾਈਜ਼ ਹੈ ਫਰਾਂਸ ਨੇ ਲਾਂਚ ਕੀਤੀ, ਪਹਿਲੀ ਮਿਲਟਰੀ ਐਕਸਰਸਾਈਜ਼ ਵਰਲਡ ਦੀ, ਬਹੁਤ ਇੰਪੋਰਟੈਂਟ ਹੈ ਆਉਣ ਵਾਲੇ ਐਗਜ਼ਾਮਸ ਦੇ ਵਿੱਚ। To test the capabilities of space commands in tackling threats to its satellites, France strategy to become world's third largest space power। क्यों कर रहा फ्रांस? फ्रांस तीसरी स्पेस पावर बनना चाहता है। The new US Space Force ਤੇ ਜਰਮਨ ਸਪੇਸ ਏਜੰਸੀਜ਼, ਇਹਨਾਂ ਦੋਨਾਂ ਨੇ ਇਹਦੇ ਵਿੱਚ ਪਾਰਟ ਲਿੱਤਾ। ਫਰਾਂਸ ਨੇ ਤਾਂ ਓਬਵੀਅਸਲੀ ਲਿੱਤਾ ਹੀ ਲਿੱਤਾ। ਸੋ ਕਿਹਨਾਂ ਨੇ ਪਾਰਟ ਲਿੱਤਾ? ਫਰਾਂਸ ਨੇ ਪਾਰਟ ਲਿੱਤਾ, USA ਦੀ ਸਪੇਸ ਫੋਰਸ ਨੇ ਪਾਰਟ ਲਿੱਤਾ ਤੇ ਜਰਮਨੀ ਦੀ। ਜਾਪਾਨ ਨੇ ਨਹੀਂ ਲਿੱਤਾ। ਜਾਪਾਨ ਦੀ ਜਿਹੜੀ ਸਪੇਸ ਏਜੰਸੀ ਹੈ ਉਹਦਾ ਨਾਮ ਹੈ ਜਾਕਸਾ। ਜਾਕਸਾ ਨਿਊਜ਼ ਦੇ ਵਿੱਚ ਹੈ ਕਿਉਂਕਿ ਇਹਨਾਂ ਨੇ ਇੱਕ ਟਾਰਗੇਟ ਲਿੱਤਾ ਹੈ ਕਿ ਈਅਰ 2023 ਤੱਕ 2023 ਤੱਕ ਇਹ ਵੁਡਨ ਸੈਟੇਲਾਈਟਸ ਲਾਂਚ ਕਰਨਗੇ ਸਪੇਸ ਦੇ ਵਿੱਚ। ਵੁਡਨ ਸੈਟੇਲਾਈਟਸ ਮੀਨਸ ਇਹ ਦੁਨੀਆ ਦੀ ਪਹਿਲੀ ਕੰਟਰੀ ਬਣੇਗਾ ਜਿਹੜਾ ਕਿ ਵੁਡਨ ਸੈਟੇਲਾਈਟਸ ਨੂੰ ਜਿਹੜਾ ਸਪੇਸ ਦੇ ਵਿੱਚ ਸੈਂਡ ਕਰੇਗਾ। ਨੈਕਸਟ, who has been appointed as India's new chief statistician recently? ਸੋ ਇੰਡੀਆ ਦੇ ਨਵੇਂ ਚੀਫ ਸਟੈਟਿਸਟੀਅਨ ਕੌਣ ਬਣਾਏ ਗਏ ਹੈ? ਰਾਵ ਇੰਦਰਜੀਤ ਸਿੰਘ, अनुराग सिंह ठाकुर, GP सामंथा या छत्रपति शिवाजी कौन बनाए गए हैं जी? इंडिया के नवे चीफ स्टैटिस्टियन। हरी अप, 5 4 3 2 1। द राइट आंसर इज GP सामंथा। GP सामंथा जी को बनाया गया। एंड बाकी दे ऑप्शन ਤੁਹਾਨੂੰ पता है कि अपने बाकी दे ऑप्शन भी वैसे ही नहीं होंगे, क्यों ही ਚੱਕ के आप लिखते। बाकी दे ऑप्शन भी इंटरलिंक है। किस तरह? अगर आप इन्हां स्टैटिस्टियन की गल करिए, सो ये स्टैटिस्टियन काम करते हैं किन्हां दे अंडर? मिनिस्ट्री ऑफ स्टैटिस्टिक एंड प्रोग्राम इंप्लीमेंटेशन। ठीक है जी, मिनिस्ट्री ऑफ स्टैटिस्टिक एंड प्रोग्राम इंप्लीमेंटेशन, जिंदे मिनिस्टर हैगे है राव इंदरजीत सिंह। राव इंदरजीत सिंह इहदे मिनिस्टर हैगे है ते इन्हां दी कॉन्स्टिट्यूएंसी है गुरुग्राम हरियाणा। ओके है जी, सो ये मिनिस्टर है मिनिस्ट्री ऑफ स्टैटिस्टिक एंड प्रोग्राम इंप्लीमेंटेशन दे। फिर अगर आप गल करिए GP सामंथा जी ने किन्हां नूं रिप्लेस किया है? पहला कौन सीगे चीफ स्टैटिस्टियन? तो वो सीगे छत्रपति शिवाजी या छत्रपति शिवाजी ये सीगे। ते अगर आप गल करिए अनुराग सिंह ठाकुर, अनुराग सिंह ठाकुर मिनिस्टर ऑफ स्टेट हैगे है, MOS हैगे है, किहड़े मंत्रालय दे? फाइनेंस मिनिस्ट्री दे। मीनस मिसिस निर्मला सीतारमन दे डिप्टी मिनिस्टर हैगे है। सो अनुराग सिंह ठाकुर न्यूज़ दे विच सीगे क्योंकि इंडिया की हिस्टरी दे विच फर्स्ट सर्विंग मिनिस्टर हैगे है जिन्हां नूं मिलिटरी दे विच कैप्टन की जिहड़ी उपाधि है वो दी गई है। ठीक है जी, सो अनुराग सिंह ठाकुर। नेक्स्ट, a rocket named as RH560 for the objective of studying altitudinal variation in upper portion of atmosphere is launched by which of the following organization? एक रॉकेट है जिसका नाम है RH560 जिहड़ा कि किहड़े ऑब्जेक्टिव नाल सेंड किया गया है? टू स्टडी दी अल्टीट्यूडनल, अल्टीट्यूड हुंदा हाइट, अल्टीट्यूडनल वेरिएशन इन अपर पोर्शन ऑफ दी एटमोसफीयर। ये जिहड़ा रॉकेट है ये इन्हां चों किहड़ी ऑर्गेनाइजेशन ने जिहड़ा है सेंड किया है? इसरो, दैट इज इंडियन स्पेस रिसर्च ऑर्गेनाइजेशन, या फिर जाक्सा जापान की स्पेस एजेंसी, या फिर रोसकॉस्मोस रशिया की स्पेस एजेंसी, या फिर चाइना की स्पेस एजेंसी CSA चाइनीज स्पेस एजेंसी। सो इनका की जवाब आएगा जी? इसरो आएगा, जाक्सा आएगा, रोसकॉस्मोस आएगा या चाइना स्पेस एजेंसी आएगा। द राइट आंसर विल बी इसरो। इसरो ने न्यूज़ आई सी कि इसरो ने नवे साउंडिंग रॉकेट जिहड़े है वो सेंड किए हैं। सो उन्हां साउंडिंग रॉकेट्स दे विच मेन नाम है RH560। अगर तुसीं इहदा मतलब समझना चाहो कि RH560 का की मतलब है, तो RH का मतलब है रोहिणी सीरीज। तो क्वेश्चन ये भी बन सकता सीगा कि किहड़ी ऑर्गेनाइजेशन ने रोहिणी सीरीज के रॉकेट स्टार्ट किए है? रोहिणी का RH लिता है। तो 560 की है? जदों भी नाल नंबर 1 दिता जाएगा वो है डायामीटर ऑफ द रॉकेट, डायामीटर ऑफ
दी रॉकेट। सो आर 200 सेंड किया गया है, आर 300 सेंड किया गया है, आर 560 सेंड किया गया है। सो ऑल दीज नंबरिंग आर डायमीटर ऑफ दी रॉकेट। सो ये सेंड किया जी इसरो ने। थोड़ी जी अगर आप इहदी डिटेल की गल करिए तो आ इहदी डिटेल है। सो डिटेल की जो आप गल करते हैं तो की है, इसरो हैज डेवलप्ड अ सीरीज ऑफ साउंडिंग रॉकेट्स कॉल्ड रोहिणी सीरीज, RH-200, RH-300, RH-560. Number is the name indicating the diameter of the rocket in mm. Objective की है to study the altitudinal variation in the neutral winds and plasma dynamics। ते कित्थों स्टार्ट किए गए हैं, ये किए गए हैं श्री हरिकोटा तो। सो साउंडिंग रॉकेट का पर्पज ये है, वो रॉकेट जेडे की अल्टीट्यूडनल वेरिएशन ਨੂੰ ਦੇਖਣਗੇ ਵਾਤਾਵਰਣ ਦੇ, ਉਹਨਾਂ ਨੂੰ ਕਿਹਾ ਜਾਏਗਾ ਸਾउंडिंग रॉकेट। नेक्स्ट, Shramik Kalyan portal has recently been launched by which of the following Indian PSU? श्रमिक कल्याण पोर्टल इन्हां चों किहड़े PSU ने लॉन्च किया है? श्रमिक कल्याण पोर्टल इंडियन रेलवेज ने, AAI ने, नीति आयोग ने या NTPC ने? इंडियन रेलवेज, एयरपोर्ट अथॉरिटी ऑफ इंडिया, नीति आयोग दैट इज नेशनल इंस्टीट्यूट ऑफ ट्रांसफॉर्मिंग इंडिया या नेशनल थर्मल प्लांट कारपोरेशन। सो चारों चो किन्ना ने लॉन्च किया जी? श्रमिक कल्याण पोर्टल। द राइट आंसर इज इंडियन रेलवेज। इंडियन रेलवे ने जिहड़ा ये लॉन्च किया है। अगर आप इहदी डिटेल पढ़िए तो की लिखा हुआ है, प्राइवेट कर्मियों के खाते में होगा भुगतान। सो रेलवे ने भारतीय रेल श्रमिक पोर्टल तैयार किया, अधिकारियों और एजेंसियों की मनमानी रुकेगी। सो ये एक हिंदी न्यूज़पेपर दे विच ये जिहड़ी न्यूज़ सीगी जिथों आपां लिती। सो ये सीगा कि इंडियन रेलवे ने लॉन्च किया है श्रमिक कल्याण पोर्टल। सिंपल जी गल है, इहदा पर्पज की है? पर्पज है कि रेलवे ਜਿਹੜੇ भी कॉन्ट्रैक्चुअल एम्प्लॉई रखता है, मीनस किसी कॉन्ट्रैक्ट के थ्रू लेबर रखता है। मान लो एक ठेकेदार है, ठेकेदार ने आपके जिहड़े ठेकेदार कोई कंपनी भी हो सकती है, कोई पर्सन भी हो सकता है, उन्हें आपके वर्कर लगा के रेलवे का कोई काम किया है। तो ऐसा नहीं है कि वो ठेकेदार आपकी जिवें मर्जी मनमानी कर सकता है कि 20,000 ते साइन करा के उन्होंने 5-5,000 दे सकता है। ऐसा वो ना करे तो वो श्रमिक कल्याण पोर्टल से आपके आप नूं पहलां रजिस्टर करवावे, फिर आपके जिन्ने वर्कर है उन्होंने रजिस्टर करवावे, उन्हों का आधार नंबर, उन्हों का बैंक अकाउंट रजिस्टर करावे, फिर थ्रू दैट पोर्टल उन्होंने खाते दे विच पेमेंट करे। दैट इज श्रमिक कल्याण पोर्टल जिहड़ा कि लॉन्च किया है इंडिया के सब तो वड्डे PSU यानी कि सब तो वड्डे एम्प्लॉयर दैट इज इंडियन रेलवेज ने श्रमिक कल्याण पोर्टल। आई होप दोस्तों तुहानू लैक्चर वधिया लग रहा होएगा। काफ़ी मेहनत लगती है इनू बनाने दे विच। सो अगर कोई थोड़ी फीडबैक है तो तुसीं दे सकते हो, कोई प्रॉब्लम नहीं है। तो अगर वधिया लग्या तो प्लीज़ लैक्चर नू मिनीमाइज करके या लैक्चर नू जिवें आपां कहने कि शॉर्ट स्क्रीन करके फटाफट लाइक बटन ते क्लिक करो, ठीक है जी। सो एज पर स्टेट न्यूज़ इन न्यूज़पेपर्स रिसेंटली, उत्तर प्रदेश has organized a 3-day festival named as काला नमक राइस फेस्टिवल in which of its district? सो न्यूज़पेपर दी खबरों के मुताबिक उत्तर प्रदेश जी स्टेट है उन्हें एक 3 दिवसीय प्रोग्राम लॉन्च किया है जिसका नाम है काला नमक राइस फेस्टिवल। ये इन्हें किहड़े डिस्ट्रिक्ट है उनदे विच लॉन्च किया है काला नमक राइस फेस्टिवल? झांसी, लखनऊ, सिद्धार्थनगर या अयोध्या? हुण इत्थे काफ़ी सारे स्टूडेंट्स का ये डाउट हो सकता है कि सर उत्तर प्रदेश की एक डिस्ट्रिक्ट पूछ रखी है, असी किहड़ा उत्तर प्रदेश का लोकल जिहड़ा पेपर है वो दे रहे हैं, बट ऐसा नहीं है। कुछ चीज़ां जिहड़ियां हुंदियां वो देखण नूं ऐ लगदियां कि उन्हां दी स्टेट की इंटरनल न्यूज़ है, बट जदों आपां इहनूं थोड़ा जिहा डिटेल दे विच पढ़दे हां तां ये एक नैशनल नहीं बल्कि इंटरनैशनल न्यूज़ भी हुंदी है कई बारी। किस तरह? उत्तर प्रदेश ने रीसेंट दे विच जिहड़ी ये राइस की वैरायटी है काला नमक राइस, एनू एक्सपोर्ट किया है। इंडिया की पहली स्टेट बनी है जिन्हें एनू एक्सपोर्ट किया है। इस राइस नू केड़ी कंट्री नू एक्सपोर्ट किया है? पता है तुहानू केड़ी कंट्री नू किया है? कंट्री है सिंगापुर। सिंगापुर नू जिहड़ा है ये राइस एक्सपोर्ट किया गया है। इनू रैड राइस नाल जिहड़ा कंफ्यूज नहीं करना। इंडिया ने रैड राइस की पहली खेप एक्सपोर्ट की है US नू। रैड राइस होंदा है ब्रह्मपुत्रा वैली दे विच असम एरिया दे विच बिना किसी कैमिकल फर्टिलाइजर तो एक जिन्होंने आपां कह दिंदे आ कि जिहदे च आयरन की अधिकता होंदी है वो राइस उगाया जाता है जिन्होंने कहते हैं रैड राइस। वो राइस इंडिया ने US नू भेजिया है पहली बारी। वो चीज़ आ गई रैड राइस बारे। यूपी ने सिंगापुर नू पहली बारी जिहड़ा है इंडिया चो राइस बाहर गया है जिसका नाम है जिहड़ी वैरायटी का नाम है काला नमक राइस। सो काला नमक राइस जिहड़ा है वो यूपी ने सेंड किया है। सो एक क्वेश्चन बनता है कि यूपी ने रिसेंटली एक
ਕਾਲਾ ਨਮਕ ਫੈਸਟੀਵਲ ਵੀ ਆਰਗੇਨਾਈਜ਼ ਕੀਤਾ ਹੈ, ਉਹ ਯੂਪੀ ਨੇ ਕਿਹੜੀ ਡਿਸਟ੍ਰਿਕਟ ਦੇ ਵਿੱਚ ਆਰਗੇਨਾਈਜ਼ ਕੀਤਾ? ਕੀ ਉਹ ਡਿਸਟ੍ਰਿਕਟ ਝਾਂਸੀ ਹੈ, ਕੀ ਉਹ ਡਿਸਟ੍ਰਿਕਟ ਲਖਨਊ ਹੈ, ਕੀ ਉਹ ਡਿਸਟ੍ਰਿਕਟ ਸਿਧਾਰਥ ਨਗਰ ਹੈ ਜਾਂ ਅਯੋਧਿਆ ਹੈ? ਤਾਂ ਇਹਦਾ ਸਹੀ ਜਵਾਬ ਹੈ ਫਰੈਂਡਸ, ਇਹਦਾ ਸਹੀ ਜਵਾਬ ਹੈ ਸੀ, ਦੈਟ ਇਜ਼ ਸਿਧਾਰਥ ਨਗਰ। ਹੁਣ ਅਗਰ ਆਪਾਂ ਇਹਦੀ ਗੱਲ ਕਰੀਏ, ਬਾਕੀ ਡਿਸਟ੍ਰਿਕਟਸ ਵੀ ਨਿਊਜ਼ ਦੇ ਵਿੱਚ ਹੈਗੀਆਂ। ਕਿਉਂ? ਯੂਪੀ ਨੇ 2 ਦਿਵਸੀय ਇੱਕ ਇਸ ਤੋਂ ਪਹਿਲਾਂ ਕੀਤਾ ਸੀਗਾ ਸਟ੍ਰਾਬੇਰੀ ਫੈਸਟੀਵਲ। ਇਹ ਫੈਸਟੀਵਲ ਇਹਨਾਂ ਨੇ ਕੀਤਾ ਸੀ ਝਾਂਸੀ ਡਿਸਟ੍ਰਿਕਟ ਦੇ ਵਿੱਚ, ਠੀਕ ਹੈ ਜੀ। ਫਿਰ ਇਹਨਾਂ ਨੇ ਲਾਂਚ ਕੀਤਾ ਇੱਕ ਗੁੜ ਫੈਸਟੀਵਲ, ਗੁੜ ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ ਜੀ, ਜੈਗਰੀ ਕਹਿ ਦਿੰਦੇ ਆ। ਗੁੜ ਫੈਸਟੀਵਲ ਇਹਨਾਂ ਨੇ ਲਾਂਚ ਕੀਤਾ ਲਖਨਊ ਦੇ ਵਿੱਚ। ਫਿਰ ਇਹਨਾਂ ਨੇ ਕਾਲਾ ਨਮਕ ਰਾਈਸ ਫੈਸਟੀਵਲ ਲਾਂਚ ਕੀਤਾ ਸਿਧਾਰਥ ਨਗਰ ਦੇ ਵਿੱਚ। ਦੈਨ ਅਗਰ ਆਪਾਂ ਅਯੋਧਿਆ ਦੀ ਗੱਲ ਕਰੀਏ, ਅਯੋਧਿਆ ਵਾਜ਼ ਦੀ ਨਿਊਜ਼, ਕਿਉਂਕਿ ਯੂਪੀ ਦੇ ਬਜਟ ਦੇ ਵਿੱਚ 101 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀਗੀ ਇੱਕ 에ਅਰਪੋਰਟ ਨੂੰ, ਜਿਹਦਾ ਨਾਮ ਹੈ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਇੰਟਰਨੈਸ਼ਨਲ 에ਅਰਪੋਰਟ। ਇਹ 에ਅਰਪੋਰਟ ਬਣਾਇਆ ਜਾ ਰਿਹਾ ਹੈ ਅਯੋਧਿਆ ਦੇ ਵਿੱਚ। ਸੋ ਅਯੋਧਿਆ ਵਾਜ਼ ਆਲਸੋ ਇਨ ਨਿਊਜ਼। ਨੈਕਸਟ, Bamiyan Buddha, which was in news recently due to a 3D projection view in Hindu Kush Mountains. This site is located in which of the following country? India, Nepal, Afghanistan या श्रीलंका? एक जगह का नाम है जी बामियान बुद्धा, ਜਿਹੜੀ ਕਿ ਨਿਊਜ਼ ਦੇ ਵਿੱਚ ਸੀਗੀ। ਕਿਉਂ ਨਿਊਜ਼ ਦੇ ਵਿੱਚ ਸੀ? ਕਿਉਂਕਿ ਇੱਕ 3D ਪ੍ਰੋਜੈਕਸ਼ਨ ਦੇ ਨਾਲ ਹਿੰਦੂ ਕੁਸ਼ ਮਾਊਂਟੇਨਸ ਦੇ ਵਿੱਚ ਇਸ ਸਾਈਟ ਨੂੰ ਦੁਬਾਰਾ ਬਣਾਇਆ ਗਿਆ ਹੈ। ਸੋ ਇਹ ਜਿਹੜੀ ਸਾਈਟ ਹੈ ਇਹ ਕਿਹੜੀ ਕੰਟਰੀ ਦੇ ਵਿੱਚ ਲੋਕੇਟ ਕਰਦੀ ਹੈ? 4 ਆਪਸ਼ਨ ਤੁਹਾਡੇ ਸਾਹਮਣੇ ਹੈ। ਸੋ ਇਹਦਾ ਸਹੀ ਜਵਾਬ ਹੈ ਫਰੈਂਡਸ ਅਫਗਾਨਿਸਤਾਨ ਦੇ ਵਿੱਚ ਬਾਮਿਆਨ ਬੁੱਧਾ ਨਾਮ ਦੀ ਇੱਕ ਜਿਹੜੀ ਜਗ੍ਹਾ ਹੈਗੀ ਹੈ, ਉਸ ਜਗ੍ਹਾ ਦੇ ਵਿੱਚ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ ਫੋਟੋ ਦੇ ਵਿੱਚ, ਐਦਾਂ ਇੱਕ 3D ਪ੍ਰੋਜੈਕਸ਼ਨ ਦੇ ਨਾਲ ਉਸ ਜਿਹੜਾ ਸਟੈਚੂ ਹੈ ਉਹਨੂੰ ਦੁਬਾਰਾ ਤੋਂ ਰੀਜਨਰੇਟ ਕੀਤਾ ਗਿਆ। ਓਰੀਜਨਲੀ ਇਹ ਸਟੈਚੂ ਹੁੰਦੇ ਸੀ, ਇੱਥੇ ਕਾਫੀ ਸਾਰੇ ਸਟੈਚੂ ਸੀਗੇ ਹਿੰਦੂ ਕੁਸ਼ ਮਾਊਂਟੇਨ ਦੇ ਵਿੱਚ, ਬਟ ਤਾਲਿਬਾਨਸ ਨੇ ਜਦੋਂ ਅਫਗਾਨਿਸਤਾਨ ਤੇ ਕਾਫੀ ਹਮਲੇ ਕੀਤੇ ਸੀਗੇ, ਉਸ ਹਮਲਿਆਂ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਇਹਨਾਂ ਬੁੱਤ ਨੂੰ, ਇਹਨਾਂ ਸਟੈਚੂਜ਼ ਨੂੰ ਬਿਲਕੁਲ ਤੋੜਤਾ ਸੀ, ਤਹਿਸ ਨਹਿਸ ਕਰਤਾ ਸੀਗਾ। ਹੁਣ ਇੱਕ ਜਿਹੜੀ ਹੈ ਚੀਜ਼ ਲਾਂਚ ਕੀਤੀ ਗਈ ਹੈ ਕਿ ਇਹਨਾਂ ਨੂੰ ਦੁਬਾਰਾ ਬਣਾਇਆ ਜਾਵੇ। ਸੋ ਦੁਬਾਰਾ ਬਣਾਉਣ ਤੋਂ ਪਹਿਲਾਂ ਇੱਕ 3D ਪ੍ਰੋਜੈਕਸ਼ਨ ਦੇ ਨਾਲ ਉਸ ਸਟੈਚੂਜ਼ ਨੂੰ ਦਿਖਾਇਆ ਗਿਆ ਐਂਡ these statues were one of the tallest statues in the world, ਕਿ ਵਰਲਡ ਦੇ ਵਿੱਚ ਜਿਹੜੇ ਸਭ ਤੋਂ ਲੰਬੇ ਸਟੈਚੂਜ਼ ਹੈਗੇ ਆ ਉਹਨਾਂ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਜਗ੍ਹਾ ਸੀਗੀ ਜਿਹਨੂੰ ਕਹਿੰਦੇ ਬਾਮਿਆਨ ਬੁੱਧਾਸ। ਸੋ ਬਾਮਿਆਨ ਬੁੱਧਾ ਜਿਹੜੀ ਜਗ੍ਹਾ ਹੈ ਉੱਥੇ 3D ਪ੍ਰੋਜੈਕਸ਼ਨ ਨਾਲ ਦੁਬਾਰਾ ਤੋਂ ਜਿਹੜਾ ਸਟੈਚੂ ਹੈ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਠੀਕ ਹੈ। ਸੋ ਇਹ ਹੈਗਾ ਜੀ ਅਫਗਾਨਿਸਤਾਨ ਦੀਆਂ ਹਿੰਦੂ ਕੁਸ਼ ਪਹਾੜੀਆਂ ਦੇ ਵਿੱਚ। ਸੋ ਇਹ ਤੁਸੀਂ ਧਿਆਨ ਚ ਰੱਖਣਾ ਹੈ। ਨੈਕਸਟ, Hamid Bakayoko, who passed away recently, was the incumbent prime minister of which of the following country? ਸੋ ਕਿਹੜੀ ਕੰਟਰੀ ਜਿਹੜੀ ਹੈ ਉਹਦੇ ਇਨਕੰਬੈਂਟ ਯਾਨੀ ਕਿ ਜਿਹੜੇ ਬਿਲਕੁਲ ਉਸ ਟਾਈਮ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਦਾ ਦੇਹਾਂਤ ਹੋਇਆ ਹੈ, ਜਿਹਦਾ ਨਾਮ ਹੈ ਹਾਮਿਦ ਬਾਕਾਯੋਕੋ। ਇਹਨਾਂ ਦਾ ਡਿਊ ਟੂ ਕੈਂਸਰ ਇਹਨਾਂ ਦਾ ਦੇਹਾਂਤ ਹੋਇਆ ਰੀਸੈਂਟ ਦੇ ਵਿੱਚ, ਐਸੇ ਵੀਕ ਹੀ। ਸੋ ਇਹਦਾ ਸਹੀ ਜਵਾਬ ਕੀ ਆਏਗਾ? ਕੀ ਉਹ ਜਵਾਬ ਸੁਰੀਨੇਮ ਹੈ, ਇਵੋਰੀ ਕੋਸਟ ਹੈ, ਜ਼ਿੰਬਾਬਵੇ ਹੈ ਜਾਂ ਮੌਰੀਸ਼ੀਅਸ ਹੈ? ਸੋ ਸਹੀ ਜਵਾਬ ਹੈ ਜੀ ਇਹਦਾ ਇਵੋਰੀ ਕੋਸਟ ਇਹਦਾ ਸਹੀ ਜਵਾਬ ਹੈ। ਅਗਰ ਆਪਾਂ ਬਾਕੀ ਆਪਸ਼ਨਸ ਦੀ ਗੱਲ ਕਰੀਏ, ਸੂਰੀਨੇਮ ਦੇ ਪ੍ਰੈਜ਼ੀਡੈਂਟ ਹੈਗੇ ਆ ਮਿਸਟਰ ਚੰਦਰਿਕਾ ਪ੍ਰਸਾਦ ਸੰਤੋਖੀ, ਜਿਹੜੇ ਕਿ ਜਨਵਰੀ ਦੇ ਵਿੱਚ ਨਿਊਜ਼ ਦੇ ਵਿੱਚ ਸੀਗੇ। 9 ਜਨਵਰੀ ਨੂੰ ਆਪਾਂ ਮਨਾਉਂਦੇ ਆ ਪ੍ਰਵਾਸੀ ਭਾਰਤੀय ਦਿਵਸ। ਉਹਦੇ ਇਸ ਵਾਰੀ ਦੇ ਜਿਹੜਾ ਵਰਚੁਅਲ ਇਵੈਂਟ ਸੀਗਾ ਉਹਦੇ ਚੀਫ ਗੈਸਟ ਸੀਗੇ ਸੂਰੀਨੇਮ ਦੇ ਪ੍ਰੈਜ਼ੀਡੈਂਟ। ਉਹਨਾਂ ਨੂੰ ਜਿਹੜਾ ਹੈ 26 ਜਨਵਰੀ ਦਾ ਵੀ ਚੀਫ ਗੈਸਟ ਬਣਾਉਣ ਦਾ ਨਿਯੋਤਾ ਭੇਜਿਆ ਸੀਗਾ, ਲੇਕਿਨ ਡਿਊ ਟੂ ਕੋਵਿਡ-19 ਇਸ ਵਾਰੀ 26 ਜਨਵਰੀ ਦੇ ਕੋਈ ਵੀ ਜਿਹੜੇ ਚੀਫ ਗੈਸਟ ਹੈ ਫੋਰਨ ਚੀਫ ਗੈਸਟ ਨਹੀਂ ਸੀਗੇ। ਮੌਰੀਸ਼ੀਅਸ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਮੌਰੀਸ਼ੀਅਸ ਜਿਹੜਾ ਹੈ ਉਹ ਪਹਿਲੀ ਅਫਰੀਕਨ ਕੰਟਰੀ ਬਣਿਆ ਹੈ ਜਿੰਦੇ ਨਾਲ ਇੰਡੀਆ ਨੇ ਕੰਪਰੀਹੈਂਸਿਵ ਇਕਨੋਮਿਕ ਕੋਆਪਰੇਸ਼ਨ ਐਗਰੀਮੈਂਟ CECA ਸਾਈਨ ਕੀਤਾ ਹੈ ਮੌਰੀਸ਼ੀਅਸ ਦੇ ਨਾਲ, ਠੀਕ ਹੈ ਜੀ। ਸੋ ਇਹ ਤੁਸੀਂ ਧਿਆਨ ਚ ਰੱਖਣਾ ਇਹ ਦੋਨੋਂ ਚੀਜ਼ਾਂ। ਚਲਿਏ ਜੀ ਨੈਕਸਟ, which of the following country or countries temporarily suspends the use of AstraZeneca vaccine of COVID-19 due to concerns about patients developing blood clots? तो क्वेश्चन ਤੁਸੀਂ ਸਮਝ ਹੀ ਗਏ ਹੋਵੋਗੇ ਕਿ ਹੇਠ ਲਿਖੀਆਂ ਚੋਂ ਕਿਹੜੀ ਕੰਟਰੀ ਜਾਂ ਕਿਹੜੀਆਂ ਕੰਟਰੀਜ਼ ਨੇ ਟੈਂਪਰੇਰੀਲੀ ਸਸਪੈਂਡ ਕੀਤਾ ਹੈ, ਕੀ ਸਸਪੈਂਡ ਕੀਤਾ ਹੈ? ਯੂਜ਼ ਆਫ ਐਸਟਰਾਜੇਨੇਕਾ ਵੈਕਸੀਨ। ਇਹ ਉਹੀ ਵੈਕਸੀਨ ਹੈ ਜਿਹੜੀ ਆਕਸਫੋਰਡ ਯੂਨੀਵਰਸਿਟੀ ਨੇ ਮਿਲ ਕੇ ਬਣਾਈ ਹੈ। ਇਹੀ ਵੈਕਸੀਨ ਇੰਡੀਆ ਦੇ ਵਿੱਚ ਵੀ ਯੂਜ਼ ਕੀਤੀ ਜਾ ਰਹੀ ਹੈ ਕੋਵਿਸ਼ੀਲਡ ਦੇ ਨਾਮ ਦੇ ਨਾਲ, ਠੀਕ ਹੈ ਜੀ, ਕਿਉਂਕਿ ਇੰਡੀਆ ਦਾ ਜਿਹੜਾ ਪੁਣੇ ਦੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਹੈ SII, ਉਹਨਾਂ ਨੇ ਆਕਸਫੋਰਡ ਦੇ ਨਾਲ ਤੇ ਐਸਟਰਾਜੇਨੇਕਾ ਨਾਲ ਮਿਲ ਕੇ ਇਹ ਵੈਕਸੀਨ ਬਣਾਈ ਸੀਗੀ। ਸੋ ਇਸ ਵੈਕਸੀਨ ਨੂੰ ਡਿਊ ਟੂ ਬਲੱਡ ਕਲੋਟਸ ਜਿਹੜੇ ਹੈ ਉਹ ਬਣਨ ਦੇ ਨਾਲ
ਕਿਹੜੀ ਕੰਟਰੀ ਹੈ ਜਾਂ ਕਿਹੜੀਆਂ ਕੰਟਰੀਜ਼ ਹੈ ਜਿਨ੍ਹਾਂ ਨੇ ਟੈਂਪਰੇਰੀ ਸਸਪੈਂਡ ਕੀਤਾ ਹੈ। ਇੱਥੇ ਇਹ ਵੀ ਪੜ੍ਹਨਾ ਜ਼ਰੂਰੀ ਹੈ, ਮਤਲਬ ਡਰਨ ਦੇ ਬਜਾਏ ਇੱਥੇ ਇਹ ਵੀ ਪੜ੍ਹਨਾ ਜ਼ਰੂਰੀ ਹੈ ਕਿ ਉਹਨਾਂ ਪੇਸ਼ੈਂਟਸ ਦੇ ਵਿੱਚ ਜਿਨ੍ਹਾਂ ਨੂੰ ਪਹਿਲਾਂ ਤੋਂ ਇੱਦਾਂ ਦੀ ਪ੍ਰੋਬਲਮ ਸੀਗੀ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਥੋੜੀ ਜਿਹੀ ਵਧੀ ਹੈ, ਅਦਰਵਾਈਜ਼ ਨਹੀਂ ਹੈ। ਸੋ ਕਿਹੜੀ ਕੰਟਰੀ ਹੈ? ਨਾਰਵੇ ਹੈ, ਆਈਸਲੈਂਡ ਹੈ, ਡੈਨਮਾਰਕ ਹੈ ਜਾਂ ਆਲ ਆਫ ਦੀ ਅਬਵ ਹੈ? ਤਾਂ ਇਹਦਾ ਸਹੀ ਜਵਾਬ ਹੈ ਆਲ ਆਫ ਦੀ ਅਬਵ। ਇਹਨਾਂ ਜਿਹੜੀਆਂ ਸਕੈਂਡੇਵੀਅਨ ਕੰਟਰੀਜ਼ ਹੈ, ਜਿਹੜੀਆਂ ਮੋਸਟ ਡਿਵੈਲਪਡ ਕੰਟਰੀਜ਼ ਹੈ ਲਾਈਕ ਨਾਰਵੇ, ਆਈਸਲੈਂਡ, ਡੈਨਮਾਰਕ, ਸੋ ਇਹਨਾਂ ਨੇ ਇੱਕ ਵਾਰੀ ਟੈਂਪਰੇਰੀਲੀ ਜਿਹੜਾ ਹੈ ਇਹਨੂੰ ਸਸਪੈਂਡ ਕੀਤਾ है। ਇੱਥੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੂੰਗਾ, ਸਿਰਫ ਇੱਕ ਕੁਐਸਚਨ ਦੱਸਣਾ ਵੀ ਚਾਹੂੰਗਾ, ਇੱਕ ਇਨਫੋਰਮੇਸ਼ਨ। ਆਈਸਲੈਂਡ ਜਿਹੜੀ ਹੈ ਨਾ ਇਹ ਦੁਨੀਆ ਦੀ ਸਭ ਤੋਂ ਸ਼ਾਂਤਮਈ ਕੰਟਰੀ ਹੈ, ਸਭ ਤੋਂ ਸ਼ਾਂਤਮਈ, ਐਂਡ ਇੰਨੀ ਸ਼ਾਂਤਮਈ ਹੈ ਕਿ ਇਹਨਾਂ ਦੀ ਕੋਈ ਆਰਮੀ ਹੀ ਨਹੀਂ ਹੈ ਆਈਸਲੈਂਡ ਦੀ, ਪਹਿਲੀ ਚੀਜ਼। ਦੂਸਰੀ, ਅਗਰ ਮੈਂ ਇੱਥੇ ਕੁਐਸਚਨ ਪੁੱਛਾਂ ਕਿ ਇਹਨਾਂ ਚੋਂ ਅਗਰ ਆਪਸ਼ਨ ਆਹੀ ਹੋਣ ਤਾਂ ਇਹਨਾਂ ਚੋਂ ਕਿਹੜੀ ਕੰਟਰੀ ਹੈ ਜਿਹਨੇ ਵਰਲਡ ਦਾ ਫਸਟ एनर्जी आयरलैंड बनाया है, वर्ल्ड दा फर्स्ट एनर्जी आयरलैंड, सो वो बनाया डेनमार्क ने। ठीक है जी, चलो अगले क्वेश्चन ते चलते हैं। मुंबई टीम हैज वॉन द फाइनल ऑफ विजय हजारे ट्रॉफी 2021 अगेंस्ट विच टीम? तो मुंबई टीम जीती है इस बारी दी विजय हजारे ट्रॉफी ਜਿਹੜੀ ਕਿ ਵਨਡੇ ਦਾ ਇੱਕ ਟੂਰਨਾਮੈਂਟ ਸੀਗਾ, 50-50 ਓਵਰ ਦਾ ਟੂਰਨਾਮੈਂਟ ਸੀਗਾ। ਇਸ ਵਾਰੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਣਜੀ ਟਰੋਫੀ ਜਿਹੜੀ ਹੈ ਫਸਟ ਟਾਈਮ ਉਹ ਕੈਂਸਲ ਕੀਤੀ ਗਈ ਸੀ, ਰਣਜੀ ਟਰੋਫੀ ਨਹੀਂ ਹੋਈ, ਸੋ ਵਿਜੇ ਹਜ਼ਾਰੇ ਟਰੋਫੀ ਹੋਈ। ਸੋ ਮੁੰਬਈ ਨੇ ਉਹ ਵਿਜੇ ਹਜ਼ਾਰੇ ਟਰੋਫੀ ਜਿੱਤੀ। ਫਾਈਨਲ ਦੇ ਵਿੱਚ ਇਹਨਾਂ ਨੇ ਕਿਹਨੂੰ ਹਰਾਇਆ? ਵਿਦਰਭ ਨੂੰ ਹਰਾਇਆ, ਗੁਜਰਾਤ ਨੂੰ ਹਰਾਇਆ, ਉੱਤਰ ਪ੍ਰਦੇਸ਼ ਨੂੰ ਜਾਂ ਤਮਿਲਨਾਡੂ ਨੂੰ? ਇਹਦਾ ਰਾਈਟ ਆਨਸਰ ਹੈ ਉੱਤਰ ਪ੍ਰਦੇਸ਼ ਨੂੰ। यूपी ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਮੁੰਬਈ ਦੀ ਟੀਮ ਨੇ ਜਿਹੜਾ ਹੈ ਉਹ ਇਹ ਟੂਰਨਾਮੈਂਟ ਜਿੱਤਿਆ। ਮੁੰਬਈ ਦੇ ਕੈਪਟਨ ਪ੍ਰਿਥਵੀ ਸ਼ॉ ਨੇ ਇਸ ਟੂਰਨਾਮੈਂਟ ਦੇ ਵਿੱਚ ਕਾਫੀ ਵਧੀਆ ਪਰਫਾਰਮ ਕੀਤਾ ਤੇ ਕਾਫੀ ਰਿਕਾਰਡ ਵੀ ਬਣਾਏ। ਉਹਨਾਂ ਨੇ ਇੱਕ ਸੀਜ਼ਨ ਦੇ ਵਿੱਚ ਵਿਜੇ ਹਜ਼ਾਰੇ ਟਰੋਫੀ ਦੇ ਇੱਕ ਸੀਜ਼ਨ ਦੇ ਵਿੱਚ ਮੋਰ ਦੈਨ 800 ਬਣਾਉਣ ਵਾਲੇ ਉਹ ਪਹਿਲੇ ਪਲੇਅਰ ਬਣੇ। ਉਹਨਾਂ ਨੇ 2018 ਦਾ ਮਯੰਕ ਅਗਰਵਾਲ ਦਾ ਰਿਕਾਰਡ ਤੋੜਿਆ। ਸੋ ਪ੍ਰਿਥਵੀ ਸ਼ॉ ਦਾ ਨਾਮ ਵੀ ਤੁਸੀਂ ਯਾਦ ਰੱਖਣਾ ਹੈ ਵਿਜੇ ਹਜ਼ਾਰੇ ਟਰੋਫੀ ਵਾਸਤੇ। नेक्स्ट है जी, मिनिस्ट्री ऑफ कंज्यूमर अफेयर्स, फूड एंड पब्लिक डिस्ट्रीब्यूशन हैज रिसेंटली लॉन्च्ड which mobile app to provide the food items to all public distribution system migrant beneficiaries? सो मिनिस्ट्री ऑफ कंज्यूमर अफेयर, फूड एंड पब्लिक डिस्ट्रीब्यूशन, जिहदे मिनिस्टर जिहड़े राम विलास पासवान जी हुंदे सी, जिन्हां दा देहांत होया सीगा, बाद च चार्ज दिता गया सी पीयूष गोयल जी नूं। उस मिनिस्ट्री ने एक मोबाइल ऐप जारी कीती है जिहदे नाल जिहड़े पीडीएस माइग्रेंट बेनीफिशरीज है, जिन्हां नूं सरकार दी तरफों सस्ती दर ते राशन प्रोवाइड करवाया जांदा है, ਉਹ ਜਿਹੜੇ ਉਹ ਬੈਨੀਫਿਸ਼ਰੀ ਕਿਸੇ ਵੀ ਸਟੇਟ ਦੇ ਵਿੱਚ ਉਹਦਾ ਬੈਨੀਫਿਟ ਲੈ ਸਕਣ। ਉਸ ਐਪ ਦਾ ਕੀ ਨਾਮ ਹੈ? घर घर राशन, मेरा राशन, राशन हर जगह या कहीं भी कभी भी राशन? की जवाब आएगा जी? ਦਾ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਨੇ ਇਹ ਲਾਗੂ ਕੀਤੀ ਹੈ। ਸੋ ਉਸ ਐਪ ਦਾ ਨਾਮ ਹੈ ਜੀ ਮੇਰਾ ਰਾਸ਼ਨ। ਇੱਥੇ ਅਗਰ ਤੁਸੀਂ ਘਰ ਘਰ ਰਾਸ਼ਨ ਦੇਖੋ ਤਾਂ ਇਹ ਘਰ ਘਰ ਰਾਸ਼ਨ ਮੋਬਾਈਲ ਐਪ ਤਾਂ ਨਹੀਂ ਹੈ, ਲੇਕਿਨ ਇਹ ਇੱਕ ਪੋਰਟਲ ਹੈ ਤੇ ਇੱਕ ਸਕੀਮ ਹੈ ਦਿੱਲੀ ਗਵਰਨਮੈਂਟ ਦੀ, ਜਿਹੜੀ ਕਿ ਨਿਊਜ਼ ਦੇ ਵਿੱਚ ਹੈ ਕਿਉਂਕਿ ਇਹਨੂੰ ਲਾਗੂ ਕਰਨ ਤੇ ਲੈਫਟੀਨੈਂਟ ਗਵਰਨਰ ਨੇ ਰੋਕ ਲਗਾਤੀ ਹੈ। ਠੀਕ ਹੈ, ਸੋ ਇਹ ਇਸ ਕਰਕੇ ਵੀ ਇਹ ਨਿਊਜ਼ ਦੇ ਵਿੱਚ ਹੈ। ਹੁਣ ਅਗਰ ਤੁਸੀਂ ਮੇਰਾ ਰਾਸ਼ਨ ਮੋਬਾਈਲ ਐਪ ਦੀ ਪੂਰੀ ਜਾਣਕਾਰੀ ਲੈਣਾ ਚਾਹੋ ਤਾਂ ਉਹ ਇੱਥੇ ਹੈਗੀ ਹੈ। ਮੇਰਾ ਰਾਸ਼ਨ ਮੋਬਾਈਲ ਐਪ ਇਹ ਕਿਹੜੇ ਸਕੀਮ ਦੇ ਅੰਡਰ ਜਾਰੀ ਕੀਤੀ ਹੋਈ ਹੈ? वन नेशन वन राशन कार्ड, जिंदे विच हुण तक 32 स्टेट्स ते यूनियन टेरेटरी जिहड़े है वो इन्वॉल्व हो चुके हैं। सो बाकी सारी चीज मैं तुहानूं दस ही दी, बाकी तुसीं इत्थों पढ़ सकते हो। नेक्स्ट, which of the following union territory has recently launched a loan benefit of ₹2 lakh under प्रधानमंत्री आवास योजना अर्बन? प्रधानमंत्री आवास योजना अर्बन के तहत ਇਹਨਾਂ ਚੋਂ ਕਿਹੜੀ ਯੂਨੀਅਨ ਟੈਰੀਟਰੀ ਨੇ ਇੱਕ ਲੋਨ ਬੈਨੀਫਿਟ ਦੇ ਰਹੀ ਹੈ 2-2 ਲੱਖ ਰੁਪਏ ਦੇ ਆਪਦੇ ਜਿਹੜੇ ਨਾਗਰਿਕ ਹੈ ਉਹਨਾਂ ਨੂੰ? तो ऑप्शन है दिल्ली, चंडीगढ़, लद्दाख या जम्मू एंड कश्मीर। तो की ऑप्शन आएगा जी एस द दिल्ली, चंडीगढ़, लद्दाख या जम्मू एंड कश्मीर? So the right answer to this question is जम्मू एंड कश्मीर। जम्मू एंड कश्मीर ने ये जिहड़ी स्कीम है इनू चलाया है। 2-2 लाख रुपए के लोन वो प्रधानमंत्री आवास योजना अर्बन के तहत ये प्रोवाइड करवा रहे हैं। सो उस दे तहत जिहड़ा है इंटरस्ट फ्री ये लोन हैगे है ते जिन्हां दी जिहड़ी अगर आपां कहिए कि किस्त भी कोई ज़्यादा नहीं है, 2500 रुपीज़ के करीब उनकी मंथली किस्त हैगी है। इत्थे अगर मैं थोड़े तो 2 क्वेश्चन पूछूंगा, सिर्फ 2 क्वेश्चन फटाफट दे विच तुसीं लाइव चैट दे विच दसना है। 2 क्वेश्चन, इंडियाज़ फर्स्ट एम्प्यूटी क्लिनिक ये कित्थे बनाया गया है? एम्प्यूटी क्लिनिक एम्प्यूटी होंदा है जिन्हां दे कोई आर्टिफिशियल लिंब लगे होंदे है। सो एम्प्यूटी क्लिनिक कित्थे बनाया गया है? दूसरा, खेलो इंडिया
विंटर गेम्स, खेलो इंडिया विंटर गेम्स का विनर, ओवरऑल विनर केड़ी जिहड़ी है स्टेट या यूनियन टैरेटरी रही। सो इहदा जवाब आएगा जी पीजीआई चंडीगढ़। पीजीआई चंडीगढ़ दे विच बनाया गया इंडिया का पहला एम्प्यूटी क्लीनिक, ते दूसरा खेलो इंडिया विंटर गेम्स विनर रहा जम्मू एंड कश्मीर, वेन्यू भी जम्मू एंड कश्मीर ही सीगा। नेक्स्ट, as per latest data that is March 2021, which of the following country is largest importer of crude oil to India? सो क्वेश्चन ਤੁਸੀਂ ਸਮਝ ਗਏ ਹੋਵੋਗੇ। ਮਾਰਚ 2021 ਤੱਕ ਦੇ ਡਾਟੇ ਦੇ ਅਨੁਸਾਰ ਇਹਨਾਂ ਚੋਂ ਕਿਹੜੀ ਕੰਟਰੀ ਹੈ ਜਿਹੜੀ ਕਿ ਇੰਡੀਆ ਨੂੰ ਸਭ ਤੋਂ ਜ਼ਿਆਦਾ ਜਿਹੜਾ ਕਰੂਡ ਆਇਲ ਹੈ ਉਹ ਭੇਜਣ ਮੀਨਸ ਜਿਹੜੀ ਹੈ ਇੰਡੀਆ ਉਹਨਾਂ ਤੋਂ ਵੱਧ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟ ਕਰਦਾ ਹੈ ਕਰੂਡ ਆਇਲ। ਇਰਾਕ, यूएसए, सऊदी अरेबिया या यूएई? की जवाब आएगा जी इराक, सऊदी अरेबिया, इराक, यूएसए, सऊदी अरेबिया या यूएई? तो इनका सही जवाब आएगा जी इराक। इराक वो टॉप इंपोर्टर है जिहड़ा कि जिथों इंडिया सब तो ज़्यादा मंगवांदा है क्रूड ऑयल। सो यूएसए की गल करिए, सो यूएसए रिसेंट दे विच सैकेंड इस तरह का बने क्वेश्चन बने ही क्यों, क्योंकि इस हफ्ते एक डाटा के मुताबिक यूएसए जिहड़ा है इंडिया का सैकेंड लार्जेस्ट इंपोर्टर बनया है इन दी फॉर्म ऑफ ऑयल, ते सऊदी अरेबिया थर्ड नंबर पर है। नेक्स्ट, एज पर रिसेंट न्यूज 2001 F032 एक की चीज है? 2001 F032 व्हाट इज दिस? ये है कि एक सबमरीन है, एक बैटर टैंक है, एक एस्ट्रॉयड है या एक सैटेलाइट है? की है जी 2001 F032 एक कोड नेम है। ये इन्हां चों की चीज है? पनडुब्बी है, एक बैटर टैंक है, एक एस्ट्रॉयड है या सैटेलाइट है? तो यह है जी एक एस्ट्रॉयड। इनके बारे डिटेल गल करते हैं। सो डिटेल करने तो पहला एक मिनट, सो इनकी डिटेल की है जी? आ है जी 2001 F032 वट इज दिस? ये है जी एक लार्जेस्ट एस्ट्रॉयड पासिंग बाय अर्थ दिस ईयर। इस साल का हुण तक का लार्जेस्ट एस्ट्रॉयड है जिहड़ा धरती के कोल दी होके टपूगा। कदों टपूगा? अज मार्च 21 मार्च नूं ये अज धरती के सब तो क्लोज होएगा। लेकिन घबराने की लोड़ नहीं है, किसी तरह की व्हाट्सएप यूनिवर्सिटी का शिकार होने की लोड़ नहीं है कि धरती खत्म हो जाएगी या जो भी है, ऐदा का कुछ नहीं है। ये धरती नूं बिल्कुल भी हार्म नहीं पहुंचाएगा। ईवन हुण की आने वाले सेंचुरीज दे विच भी जिहड़ा है इस एस्ट्रॉयड तो, जिहड़ा इस किस्म का एस्ट्रॉयड है उनके तो कोई खतरा नहीं है इस किस्म के एस्ट्रॉयड तो। सो दैट्स वाई ये तुसीं सिर्फ याद रखना है कि 2001 F032 ये है कि ये हुण तक का लार्जेस्ट एस्ट्रॉयड है जिहड़ा धरती के कोल दी होके टपूगा। नेक्स्ट, सत्रिया is the classical dance form. सतारिया या सत्रिया is the classical dance form originated in which of the following state? So सत्रिया जिहड़ा classical dance form है ये इन्हां चों किहड़ी स्टेट दा ओरिजिनेट करदा है? असम, तमिलनाडु, केरल या आंध्र प्रदेश? असम, तमिलनाडु, केरल या आंध्र प्रदेश किहड़े स्टेट दा क्लासिकल डांस है सत्रिया? सत्रिया डांस है जी असम दा। ਇਹ क्यों न्यूज़ ਦੇ ਵਿੱਚ ਆਇਆ? क्योंकि रीसेंट ਦੇ ਵਿੱਚ एक वैटरन कथकली आर्टिस्ट जिन्हों का नाम है केमकैरी कुनीरमन या कुनीरमन कह सकते हैं, हाँ केमकारी कुनीरमन, इन्हों का देहांत होया। वैटरन कथकली आर्टिस्ट। सो जिथे नाम आ गया कथकली, देखो आप क्यों कहने करंट अफेयर एंड स्टैटिक जीके, क्योंकि जिथे एक क्लासिकल फॉर्म का नाम आ गया सो कितों भी क्वेश्चन आ सकता है। क्वेश्चन बाकी क्लासिकल डांसिस तो भी आ सकता है। सो थोनू ये पता होना चाहिए भारतनाट्यम रिलेटेड टू तमिलनाडु, कथक रिलेटेड टू उत्तर प्रदेश, कुचिपुड़ी रिलेटेड टू आंध्र प्रदेश, उड़ीसी रिलेटेड टू उड़ीसा, कथकली रिलेटेड टू केरल, सत्रिया रिलेटेड टू असम, मणिपुरी रिलेटेड टू मणिपुर एंड मोहिनी अट्टम इज रिलेटेड टू केरल। ऐदा दे जिहड़े क्वेश्चन है तुहानूं एग्जाम दे विच मिलदे ही मिलदे है, स्पैशली जो तुसीं पटवारी जिलेदार इस तरह का जिहड़े एग्जाम देना है या PSPCL का एग्जाम देना है या हुण तां चलो पुलिस जिहड़ा है वो भी एक एडवरटाइजमेंट बहुत जल्दी आ जाएगी, कल CM साहब ने डिक्लेयर किया है। सो ऐदा दे जिहड़े एग्जाम आउणगे उन्हां च ऐदा दी जीके PPSC च भी आ सकदी है, कोई ऐसी गल नहीं है। PPSC च किवें आंदी है? देखो नॉलेज तो उही हुंदी है ना। PPSC च किदां दी आ जांदी है? PPSC दे विच तुहानूं आही चीज़ां चार चीज़ां दे देणगे, नाल चार स्टेटां दे देणगे, तुहानूं कहणगे सही मिलान करो, तो तुहानूं पता तो सारा ही होना चाहिए ना। उदां दे क्वेश्चन भी अज अपने लास्ट ते जाके उदां दे क्वेश्चन भी हैगे है। सो डोंट वरी, ये शो हर एक लई है। सो तुसीं देखोगे हर तरह के क्वेश्चन तुहानूं इस शो दे विच मिलणगे। सो नाल उहनूं रिलेट करते हुए स्टैटिक जीके। सो दोस्तों इत्थे दो चीज़ां कहना चाहूँगा, अगर तुहानूं आ चीज़ वधिया लग रही है तो प्लीज़ मैं इस तो बाद नहीं कहूँगा लाइक
करना है लैक्चर नूं ते शेयर जरूर करना है आपदे फ्रेंड्स दे नाल। दूसरा, अगर तुसीं इदां दा लैक्चर इस तो भी वध अगर आपां जिवें कहने कि डिटेल दे विच लैक्चर अगर तुसीं डेली तौर ते करना चाहते हो तो रेस अकैडमी ऑफिशियल ऐप तुहानूं डाउनलोड करनी पएगी ते उहदे विच तरह तरह दे स्टोर दे विच जाके ये चीज़ां देख सकते हो। ईवन वेरी वेरी नोमीनल अमाउंट ते तुसीं सिर्फ अगर मान लो करंट अफेयर का ही लेना चाहते हो, जीके का लेना चाहते हो, तो उदा का कोर्स भी तुहानूं बड़े ही नोमीनल अमाउंट के उत्थे मिल जाएगा। नेक्स्ट, Mahamadou Issoufou, who was in news recently, is the current president of which African country? Mahamadou Issoufou ਜਿਹੜੇ ਕਿ ਨਿਊਜ਼ ਦੇ ਵਿੱਚ ਸੀਗੇ, ਇਹ ਕਿਹੜੇ ਅਫਰੀਕਨ ਕੰਟਰੀ ਦੇ ਕਰੰਟ ਪ੍ਰੈਜ਼ੀਡੈਂਟ ਹੈਗੇ ਆ? तो दसो जी फटाफट। महामदो इसोफो, रवांडा, घाना, नाइजर या नाइजीरिया? रवांडा, घाना, नाइजर, नाइजीरिया ਕਿਹੜੀ ਅਫਰੀਕਨ ਕੰਟਰੀ ਦੇ ਇਹ ਕਰੰਟ ਪ੍ਰੈਜ਼ੀਡੈਂਟ ਹੈਗੇ ਆ ਜਿਹੜੇ ਕਿ ਨਿਊਜ਼ ਦੇ ਵਿੱਚ ਸੀਗੇ? ਸੋ ਨਿਊਜ਼ ਦੇ ਵਿੱਚ ਕਿਉਂ ਸੀਗੇ ਇਹ ਵੀ ਆਪਾਂ ਕਰਾਂਗੇ। ਰਾਈਟ ਆਨਸਰ ਵਿਲ ਬੀ ਸੀ, ਨਾਈਜਰ। ਕਿਉਂ ਨਿਊਜ਼ ਦੇ ਵਿੱਚ ਸੀਗੇ? ਹੀ ਹੈਜ਼ ਗੋਟ ਦੀ ਅਫਰੀਕਨ ਲੀਡਰਸ਼ਿਪ ਅਵਾਰਡ 2020 ਜਿਹਨੂੰ ਕਿ ਇਬਰਾਹਿਮ ਪ੍ਰਾਈਜ਼ ਵੀ ਕਿਹਾ ਜਾਂਦਾ ਹੈ। ਇਹ ਪ੍ਰਾਈਜ਼ ਜਿੱਤਣ ਵਾਲੇ ਇਹ 6th ਰੈਸੀਪੀਐਂਟ ਹੈਗੇ ਆ, 6 ਰੈਸੀਪੀਐਂਟ, ठीक है जी। सो ये तुसी ध्यान च रखना है। ते नाम है जी इब्राहिम प्राइज। सो नाइजर के प्रेजिडेंट नूं मिलिया महामदो इसोफो। थॉमस बाक या थॉमस बैक हैज बीन री-इलेक्टेड एज द प्रेजिडेंट ऑफ विच ऑफ द फॉलोइंग इंटरनेशनल ऑर्गेनाइजेशन? थॉमस बैक जिहड़े है वो इन्हां चों किहड़ी ऑर्गेनाइजेशन दे री-इलेक्ट होए है एज प्रेजिडेंट? एशियन डेवलपमेंट बैंक, वर्ल्ड बैंक, एशियन इंटरनेशनल बॉक्सिंग एसोसीएशन या इंटरनेशनल ओलंपिक कमेटी? किंदे जिहड़े नवें जिहड़े री-इलेक्ट होए है प्रेजिडेंट? थॉमस बैक। So what will be the right answer? The right answer will be D, that is इंटरनेशनल ओलंपिक कमेटी। सो अगर तुहानूं इन्हां दा नाम पहला ही आंदा सीगा, पहलां तो चले आ रहे हैं IOC दे प्रेजिडेंट, सो इन्हां नूं हुण 2025 तक टिल 2025 तक इन्हां नूं प्रेजिडेंट जिहड़ा है वो बनाया गया थॉमस बैक जी। बारालाचा पास कैन बी लोकेटेड इन विच ऑफ द फॉलोइंग स्टेट और यूनियन टेरिटरी ऑफ इंडिया? बारालाचा पास न्यूज़ दे विच सीगा जी। क्यों न्यूज़ दे विच सीगा वो भी दसदा, लेकिन बारालाचा पास इन्हां चों किहड़ी स्टेट या यूनियन टेरिटरी दे विच आंदा है? जम्मू एंड कश्मीर, उत्तराखंड, हिमाचल प्रदेश या अरुणाचल प्रदेश? बारालाचा पास न्यूज़ दे विच सीगा क्योंकि पहली बारी BRO ने, BRO की है बॉर्डर रोड ऑर्गेनाइजेशन, पहली बारी उन्होंने समय तो पहला ही बहुत ही जल्दी जिहड़ा है इनू खाली करन दा मीनस इनू साफ करन दा जिहड़ा काम है वो शुरू करता है। सो बारालाचा पास आंदा है जी हिमाचल प्रदेश दे विच। मनाली टू लेह हाईवे जिहड़ा है वो बारालाचा पास तो क्लोज करदा है। लाहौल स्पीति तो बाद जदों जिहड़ा है लेह की तरफ जिहड़ा रस्ता जांदा है वो जांदा है बारालाचा पास होके। सो इत्थों तुहानूं एक क्वेश्चन बनदा है या इत्थों तुहानूं एक स्टैटिक जीके दा टॉपिक बनदा है, वो है पास। इंडिया दे किहड़े-किहड़े इंपोर्टेंट दर्रे हैगे है जिहड़े तुहानूं आने चाहिए है, ठीक है जी, ये तुसीं करने है। एडवांस्ड रेडिएशन शील्डिंग एंड जियोपॉलीमरिक मटेरियल्स Center have been inaugurated by Science and Tech Minister Dr. Harshvardhan in which of the following state or union territory? एक सेंटर है जी जिसका नाम है एडवांस्ड रेडिएशन शील्डिंग एंड जियोपॉलीमरिक मटेरियल। ये सेंटर की इनोग्रेशन की है डॉक्टर हर्षवर्धन जी ने। ये सेंटर इन्हां चों किहड़ी स्टेट या यूनियन टैरेटरी दे विच हैगा? जम्मू एंड कश्मीर, मध्य प्रदेश, मेघालय या कर्नाटका? जम्मू एंड कश्मीर, मध्य प्रदेश, मेघालय, कर्नाटका। सो इन्हां चों किहड़ी स्टेट या यूनियन टैरेटरी दे विच इस सेंटर नूं कीता गया? इस सेंटर नूं इनोग्रेट कीता गया जी भोपाल, मध्य प्रदेश दे विच। भोपाल जिहड़ी कि मध्य प्रदेश की कैपिटल है, द सिटी ऑफ लेक्स ऑफ मध्य प्रदेश, दैट इज भोपाल। सो भोपाल दे विच इस सेंटर नूं डॉक्टर हर्षवर्धन जी ने इनोग्रेट कीता है। तो बाकी स्टेटां क्यों न्यूज़ दे विच है ये तुसीं करना ही करना है, ठीक है। सो ये बिना कहे जिथे भी तुहानूं जम्मू एंड कश्मीर आ गया फटाफट तुहानूं पता होना चाहिए जम्मू एंड कश्मीर क्यों न्यूज़ दे विच है। मेघालय क्यों न्यूज़ दे विच है तुहानूं पता होना चाहिए कि नैशनल ग्रीन ट्रिब्यूनल जिंदे हैड है आदर्श कुमार गोयल जी, उन्हां दे मुताबिक जिहड़ी है इन्हां दी नवीं एक कमेटी बनाई है उन्होंने जिंदे नाल कि जिहड़ियां इलीगल माइनिंग हुंदी है, जिहड़ी अनसाइंटिफिक माइनिंग हुंदी है, मेघालय दे विच माइनिंग हुंदी है, उस दे विच उहनूं रोक लगाउण वास्ते। सो मध्य प्रदेश एस दा सही जवाब है, उनका सही जवाब है मेघालय जिथे माइनिंग नूं रोकिया जाएगा। सना मरीन हु वाज इन न्यूज़ रिसेंटली इज रिलेटेड टू विच ऑफ द फॉलोइंग कंट्री? सना मरीन या साना मरीन इन्हां चों जिहड़े कि न्यूज़ दे विच सीगे इन्हां चों किहड़ी कंट्री नाल रिलेट करदे है? स्पेन, फिनलैंड, जॉर्डन या मालदीव्स? स्पेन नाल रिलेट करदी है, फिनलैंड नाल, जॉर्डन नाल या मालदीव्स नाल?
सना मरीन इज दी यंगेस्ट पीएम ਜਿਹੜੀ ਕਿਸੇ ਕੰਟਰੀ ਦੇ ਹੈ ਉਹ ਹੈ ਦੇ ਫਿਨਲੈਂਡ ਜਿਹੜੀ ਕਿ ਵਰਲਡ ਦੀ ਹੈਪੀਐਸਟ ਕੰਟਰੀ ਹੈ ਲਗਾਤਾਰ 6 ਸਾਲਾਂ ਤੋਂ ਉਹ ਹੈ ਫਿਨਲੈਂਡ ਸੋ ਫਿਨਲੈਂਡ ਜਿਹਦੀ ਕੈਪੀਟਲ ਹੈ ਹੈਲਸਿੰਕੀ ਸੋ ਫਿਨਲੈਂਡ ਦੇ ਪੀਐਮ ਹੈ ਸਨਾ ਮਰੀਨ ਹੂ ਵਾਜ਼ ਇਨ ਨਿਊਜ਼ ਰੀਸੈਂਟਲੀ ਕਿਉਂ ਨਿਊਜ਼ ਦੇ ਵਿੱਚ ਸੀਗੇ ਇਹ ਵੀ ਆਪਾਂ ਗੱਲ ਕਰਦੇ ਹਾਂ ਇੱਥੇ ਅਗਰ ਸਨਾ ਮਰੀਨ ਦੀ ਜਗ੍ਹਾ ਤੇ ਹੁੰਦਾ ਕੈਰੋਲੀਨਾ ਮਰੀਨ ਸੋ ਕੈਰੋਲੀਨਾ ਮਰੀਨ ਕਿਹੜੀ ਕੰਟਰੀ ਤੋਂ ਹੈ ਇਹਨਾਂ ਦੀ ਸਿਸਟਰ ਨਹੀਂ ਹੈਗੇ ਕੈਰੋਲੀਨਾ ਮਰੀਨ ਜਿਹੜੇ ਹੈ ਉਹ ਸਪੇਨ ਤੋਂ ਹੈਗੇ ਹੈ ਸ਼ੀ ਇਜ਼ ਦੀ ਟੌਪ ਬੈਡਮਿੰਟਨ ਪਲੇਅਰ ਜਿਨ੍ਹਾਂ ਨੇ ਪੀਵੀ ਸਿੰਧੂ ਨੂੰ ਰੀਸੈਂਟ ਦੇ ਵਿੱਚ ਵੀ ਹਰਾਇਆ ਸੀਗਾ ਤੇ ਪਿਛਲੇ 올림픽 ਦੇ ਵਿੱਚ ਵੀ ਹਰਾਇਆ ਸੀ ਉਹਨਾਂ ਦਾ ਨਾਮ ਹੈ ਕੈਰੋਲੀਨਾ ਮਰੀਨ ਸੋ ਸਨਾ ਮਰੀਨ ਕਿਉਂ ਨਿਊਜ਼ ਦੇ ਵਿੱਚ ਹੈ ਕਿਉਂਕਿ ਇਹਨਾਂ ਦੀ ਹੁਣੇ ਇੱਕ ਵਰਚੁਅਲ ਜਿਹੜੀ ਸਮਿਟ ਹੈ ਵਰਚੁਅਲ ਅਗਰ ਆਪਾਂ ਕਹੀਏ ਕਿ ਵਰਚੁਅਲ ਇੱਕ ਸਮਿਟ ਹੋਈ ਵਰਚੁਅਲ ਇੱਕ ਮੀਟਿੰਗ ਹੋਈ ਪੀਐਮ ਮੋਦੀ ਜੀ ਨਾਲ ਵਰਚੁਅਲ ਸਮਿਟ ਪੀਐਮ ਮੋਦੀ ਐਂਡ ਫਿਨਿਸ਼ ਪ੍ਰਾਈਮ ਮਿਨਿਸਟਰ ਸਨਾ ਮਰੀਨ close cooperation in the area of trade and investment, education, innovation, science and technology and research and development ਮੇਨ ਇਹਦੇ ਤੇ ਕੀ ਗੱਲ ਹੋਈ ਕਿ ਆਉਣ ਵਾਲੇ ਸਾਲਾਂ ਦੇ ਵਿੱਚ 5G ਟੈਕਨੋਲੋਜੀ ਤੇ 6G ਟੈਕਨੋਲੋਜੀ ਦੇ ਵਿੱਚ ਇੰਡੀਆ ਤੇ ਫਿਨਲੈਂਡ ਆਪਸ ਵਿੱਚ ਮਿਲ ਕੇ ਪ੍ਰੋਪਰ ਤਰੀਕੇ ਨਾਲ ਕੰਮ ਕਰਨਗੇ ਐਂਡ ਸਪੈਸ਼ਲੀ ਗੱਲ ਹੋਈ ਨੋਕੀਆ ਕੰਪਨੀ ਦੀ ਕਿਉਂਕਿ ਨੋਕੀਆ ਜਿਹੜੀ ਹੈ ਉਹ ਫਿਨਲੈਂਡ ਦੀ ਕੰਪਨੀ ਹੈ ਐਂਡ ਇੰਡੀਆ ਦੇ ਵਿੱਚ 5G ਟੈਕਨੋਲੋਜੀ ਲੈ ਕੇ ਆਉਣ ਵਾਸਤੇ ਨੋਕੀਆ ਜਿਹੜੀ ਹੈ ਉਹ ਬਹੁਤ ਜ਼ਿਆਦਾ ਐਫਰਟ ਕਰ ਰਹੀ ਹੈ ਨੋਕੀਆ ਨੇ ਇਸ ਦੇ ਤਹਿਤ ਐਮਾਜ਼ਨ ਨਾਲ ਮਾਈਕਰੋਸਾਫਟ ਨਾਲ ਈਵਨ BSNL ਨਾਲ ਕਾਫੀ ਜਿਹੜੇ ਟਾਈ ਅਪਸ ਹੈ ਉਹ ਕੀਤੇ ਹੈ ਸੋ ਇੱਥੇ ਇੱਕ ਟੈਕਨੀਕਲ ਕੁਐਸਚਨ ਬਣ ਸਕਦਾ ਹੈ ਕਿ SRAN ਜਾਂ ਸਿੰਪਲ RAN ਟੈਕਨੋਲੋਜੀ ਜਿਹੜੀ ਹੈ ਉਹ ਕਿਹੜੀ ਕੰਪਨੀ ਨਾਲ ਰਿਲੇਟ ਕਰਦੀ ਹੈ RAN ਟੈਕਨੋਲੋਜੀ ਹੈ ਰੇਡੀਓ ਐਕਸੈਸ ਨੈਟਵਰਕ ਜਾਂ ਫਿਰ ਸਿੰਗਲ ਰੇਡੀਓ ਐਕਸੈਸ ਨੈਟਵਰਕ ਇਹ ਟੈਕਨੋਲੋਜੀ ਹੈ ਨੋਕੀਆ ਦੀ ਜਿਹੜੀ ਟੈਕਨੋਲੋਜੀ ਦੇ ਤਹਿਤ ਉਹ 5G ਟੈਕਨੋਲੋਜੀ ਨੂੰ ਇੰਡੀਆ ਦੇ ਵਿੱਚ ਲਾਂਚ ਕਰਨਗੇ ਸੋ ਇਹ ਹੈ ਜੀ ਇੰਡੀਆ ਤੇ ਫਿਨਲੈਂਡ ਦਾ ਇੱਕ ਟਾਈ ਅਪ IPSA Women Forum meeting was organized recently in virtual mode. It was of which edition of this forum? IPSA ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ what is this IPSA ਇਸ ਕੁਐਸਚਨ ਦੇ ਵਿੱਚ ਹੀ ਦੋ ਕੁਐਸਚਨ ਬਣਦੇ ਆ IPSA ਕੀ ਚੀਜ਼ ਹੈ IPSA ਹੈ ਇੰਡੀਆ ਬ੍ਰਾਜ਼ੀਲ ਸਾਊਥ ਅਫਰੀਕਾ ਤਿੰਨ ਦੇਸ਼ਾਂ ਦਾ ਇੱਕ ਸਮੂਹ ਹੈ ਜਿੰਦੇ ਵਿਮਨ ਫੋਰਮ ਦੀ ਇੱਕ ਮੀਟਿੰਗ ਹੋਈ ਰੀਸੈਂਟ ਦੇ ਵਿੱਚ ਇਹ ਉਸ ਮੀਟਿੰਗ ਦਾ ਕਿੰਨਵਾਂ ਐਡੀਸ਼ਨ ਸੀਗਾ ਫਸਟ 5th 6th ਜਾਂ 9th ਕਿਹੜਾ ਐਡੀਸ਼ਨ ਸੀਗਾ ਜੀ ਇਹ ਐਡੀਸ਼ਨ ਸੀਗਾ ਫਰੈਂਡਸ 6th ਐਡੀਸ਼ਨ 6ਵਾਂ ਐਡੀਸ਼ਨ ਸੀਗਾ IPSA ਦੀ ਵਿਮਨ ਫੋਰਮ ਦੀ ਮੀਟਿੰਗ ਦਾ ਜਿਹਨੂੰ ਕਿ ਇੰਡੀਆ ਦੀ ਤਰਫੋਂ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਨੇ ਜਿਹੜਾ ਹੈ ਉਹ ਮੇਨ ਹੈਡ ਕੀਤਾ ਉਹਨਾਂ ਦੇ ਬਾਰੇ ਆਪਾਂ ਇੱਥੇ ਗੱਲ ਕਰ ਸਕਦੇ ਹਾਂ ਸੋ ਉਸ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਇਹ 6th ਐਡੀਸ਼ਨ ਸੀਗਾ ਵਰਚੁਅਲ ਮੋਡ ਦੇ ਵਿੱਚ ਹੋਇਆ ਦੀ ਫੋਰਮ ਡਿਸਕਸ ਕੀ ਇਸ਼ੂਜ਼ ਦੈਟ ਕੰਟਰੀਬਿਊਟ ਟੁਵਰਡ ਦੀ ਟ੍ਰਾਂਸਫਾਰਮੇਸ਼ਨ ਆਫ ਵਿਮਨਸ ਲਾਈਫ ਤੇ ਇਸ ਮੀਟਿੰਗ ਨੂੰ ਲੈਡ ਕੀਤਾ ਆਪਣੇ ਸੁਮਿਤੀ ਜ਼ੁਬੀਨ ਇਰਾਨੀ ਜੀ ਨੇ ਜਿਹੜੇ ਕਿ ਆਪਣੇ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਮਿਨਿਸਟਰ ਹੈਗੇ ਨੈਕਸਟ who has been appointed as new chief of national security guards of india NSG ਦੇ ਨਵੇਂ NSG ਜਿਨ੍ਹਾਂ ਨੂੰ ਬਲੈਕ ਕਮਾਂਡੋ ਵੀ ਕਿਹਾ ਜਾਂਦਾ ਹੈ ਬਲੈਕ ਕੈਟਸ ਵੀ ਕਿਹਾ ਜਾਂਦਾ ਹੈ ਸੋ ਉਹਨਾਂ ਦੇ ਨਵੇਂ ਚੀਫ ਜਿਹੜੇ ਹੈ ਉਹ ਕੌਣ ਬਣੇ ਹੈ MA ਗਣਪਤੀ ਜੀ ਕੁਲਦੀਪ ਸਿੰਘ ਜੀ PK ਸਿਨਹਾ ਜਾਂ ਫਿਰ ਰਾਕੇਸ਼ ਅਸਥਾਨਾ ਕੌਣ ਬਣੇ ਹੈ ਜੀ NSG ਦੇ ਨਵੇਂ ਡਾਇਰੈਕਟਰ ਜਨਰਲ ਜਾਂ ਚੀਫ ਆਪਾਂ ਕਹਿ ਸਕਦੇ ਹਾਂ ਉਹ ਬਣੇ ਆ ਜੀ MA ਗਣਪਤੀ ਜੀ ਨੂੰ NSG ਜਿਹੜੀ ਕਿ 1986 ਦੇ ਵਿੱਚ ਬਣੀ ਸੀਗੀ ਉਹਦੇ ਨਵੇਂ ਚੀਫ ਬਣਾਇਆ ਗਿਆ ਬਾਕੀ ਆਪਸ਼ਨਸ ਦੀ ਗੱਲ ਕਰੀਏ ਕੁਲਦੀਪ ਸਿੰਘ ਜੀ ਨੂੰ ਨਵਾਂ ਚੀਫ ਬਣਾਇਆ ਗਿਆ CRPF ਦੇ ਨਵੇਂ ਚੀਫ ਬਣੇ ਆ ਕੁਲਦੀਪ ਸਿੰਘ PK ਸਿਨਹਾ ਵਾਜ਼ ਇਨ ਨਿਊਜ਼ ਇਹ ਸੀਗੇ ਜੀ PM ਆਫ ਇੰਡੀਆ ਦੇ ਪ੍ਰਿੰਸੀਪਲ ਐਡਵਾਈਜ਼ਰ ਜਿਨ੍ਹਾਂ ਨੇ ਆਪਦੇ ਹੈਲਥ ਇਸ਼ੂਜ਼ ਨੂੰ ਸਾਈਡ ਕਰਦੇ ਹੋਏ ਰਿਜ਼ਾਈਨ ਕੀਤਾ ਹੈ ਸੋ PK ਸਿਨਹਾ ਜੀ ਦਾ ਨਾਮ ਤੁਸੀਂ ਯਾਦ ਰੱਖਣਾ ਹੈ ਰਾਕੇਸ਼ ਅਸਥਾਨਾ ਜੀ ਕਰੰਟ ਡਾਇਰੈਕਟਰ ਜਨਰਲ ਹੈਗੇ ਆ ਬਾਰਡਰ ਸਿਕਿਉਰਿਟੀ ਫੋਰਸ ਦੇ ਜਿਹੜੀ ਕਿ 1965 ਦੇ ਵਿੱਚ ਬਣੀ ਸੀ ਬਾਰਡਰ ਸਿਕਿਉਰਿਟੀ ਫੋਰਸ ਉਹਦੇ ਕਰੰਟ ਹੈਡ ਹੈਗੇ ਆ ਰਾਕੇਸ਼ ਅਸਥਾਨਾ The inventor of audio cassette tape passed away recently. Name that person. Audio cassette ਜਿਹਨੂੰ ਤੁਸੀਂ ਪੁਰਾਣਾ ਆਪਾਂ ਡੈਕ ਕਹਿੰਦੇ ਹੁੰਦੇ ਸੀਗੇ ਡੈਕ ਦੀਆਂ ਜਿਹੜੀਆਂ ਰੀਲ ਵਾਲੀ ਕੈਸੇਟ ਹੁੰਦੀ ਸੀਗੀ ਉਹਦੇ ਇਨਵੈਂਟਰ ਦਾ ਰੀਸੈਂਟ ਦੇ ਵਿੱਚ ਦੇਹਾਂਤ ਹੋਇਆ ਉਹਨਾਂ ਦਾ ਕੀ ਨਾਮ ਹੈ ਲਕਸ਼ਮਣ ਪਾਈ ਲਾਓ ਓਟਨਸ ਦਿਲੀਪ ਗਾਂਧੀ ਜਾਂ ਫਿਰ ਵਿਰਾਟ ਚੰਦਰਾ ਕੀ ਨਾਮ ਹੈ ਜੀ ਇਨਵੈਂਟਰ ਆਫ ਆਡੀਓ ਕੈਸੇਟ ਟੇਪ ਸੋ ਉਹਨਾਂ ਦਾ ਨਾਮ ਹੈ ਜੀ ਲਾਓ ਓਟਨਸ ਉਹਨਾਂ ਦਾ ਨਾਮ ਹੈ ਜਿਨ੍ਹਾਂ ਦਾ ਦੇਹਾਂਤ ਹੋਇਆ ਬਾਕੀ ਆਪਸ਼ਨ ਦੀ ਗੱਲ ਕਰੀਏ ਲਕਸ਼ਮਣ ਪਾਈ ਜਿਹੜੇ ਹੈਗੇ ਆ ਉਹ ਇੱਕ ਫੇਮਸ ਆਰਟਿਸਟ ਹੈਗੇ ਸੀ ਜਿਨ੍ਹਾਂ ਦਾ ਦੇਹਾਂਤ ਹੋਇਆ ਇਹ ਪਦਮ ਭੂਸ਼ਣ ਅਵਾਰਡੀ ਸੀਗੇ ਦਿਲੀਪ ਗਾਂਧੀ ਜੀ ਦੀ ਗੱਲ ਕਰੀਏ ਦਿਲੀਪ ਗਾਂਧੀ BJP ਦੇ ਫਾਰਮਰ ਲੀਡਰ ਸੀਗੇ ਜਿਨ੍ਹਾਂ ਦਾ ਦੇਹਾਂਤ ਹੋਇਆ ਵਿਰਾਟ ਚੰਦਰਾ ਜੀ ਦੀ ਗੱਲ ਕਰੀਏ ਤਾਂ ਵਿਰਾਟ ਚੰਦਰਾ ਜੀ ਜਿਹੜੇ ਹੈ ਇਹ ਦੇਹਾਂਤ ਕਰਕੇ ਨਿਊਜ਼ ਦੇ ਵਿੱਚ ਨਹੀਂ ਹੈ ਇਹ ਸਿਰਫ ਇੱਕ 7 ਸਾਲ ਦਾ ਇੱਕ ਲੜਕਾ ਹੈ ਜਿਨੇ
ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ, ਕਿਲੀਮੰਜਾਰੋ ਇਹਨੂੰ ਸਕੇਲ ਕੀਤਾ ਹੈ, ਮਾਊਂਟ ਕਿਲੀਮੰਜਾਰੋ। Anu Rani, who has recently broke her own national record to make the new record, is associated with which sport? ਅਨੂ ਰਾਣੀ ਜਿਨ੍ਹਾਂ ਨੇ ਆਪਦਾ ਹੀ ਇੱਕ ਨੈਸ਼ਨਲ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ, ਉਹ ਇਹਨਾਂ ਚੋਂ ਕਿਹੜੇ ਗੇਮ ਨਾਲ ਰਿਲੇਟ ਕਰਦੀ ਹੈ? ਜੈਵਲਿਨ ਥਰੋ, ਲੌਂਗ ਜੰਪ, ਰੈਸਲਿੰਗ ਜਾਂ ਟੇਬਲ ਟੈਨਿਸ? ਅਨੂ ਰਾਣੀ ਇਜ਼ ਰਿਲੇਟਿਡ ਟੂ ਜੈਵਲਿਨ ਥਰੋ। ਜੈਵਲਿਨ ਥਰੋ ਦੇ ਵਿੱਚ ਇਹਨਾਂ ਨੇ ਆਪਦਾ ਹੀ ਰਿਕਾਰਡ ਤੋੜ ਕੇ ਨਵਾਂ ਜਿਹੜਾ ਨੈਸ਼ਨਲ ਰਿਕਾਰਡ ਹੈ ਉਹ ਬਣਾਇਆ। नेक्स्ट क्वेश्चन है जी, विच ऑफ द फॉलोइंग इज द मोस्ट प्रेफर्ड प्राइवेट सेक्टर लैंडर एज पर हुरून इंडिया रिपोर्ट? सो हुरून इंडिया रिपोर्ट के मुताबिक इन्हां बैंक्स चों प्राइवेट लैंडर किहड़ा सब तो ज्यादा प्रेफर्ड है, जिन्हों कस्टमर जिहड़े है वो प्रेफरेंस दिंदे है? ICICI बैंक, HDFC बैंक, एक्सिस बैंक या येस बैंक? सो किहड़ा बैंक है जी जिहड़ा सब तो ज्यादा मोस्ट प्रेफर्ड बैंक है? सो वो बैंक है जी HDFC बैंक। सो ये इत्थों तक आपां कीता जी। हाँ चलो इत्थों तक हो गया, इकोनॉमी रिलेटेड न्यूज़ हो गया। अगला क्वेश्चन जिहड़ा कि इस सैक्शन दा लास्ट क्वेश्चन है, सामिया सुलूहू हैज बिकम द फर्स्ट वीमेन प्रेजिडेंट ऑफ विच ऑफ द फॉलोइंग कंट्री? लेटेस्ट क्वेश्चन है, बिल्कुल कल दी ही न्यूज़ है। सामिया सुलूहू कल दी की न्यूज़पेपर दे विच तां अज ही आई है। सामिया सुलूहू हैज बिकम द फर्स्ट वीमेन प्रेजिडेंट ऑफ विच कंट्री? म्यांमार, बांग्लादेश, तंजानिया या सेशल्स? किहड़े देश की है जी? इहदा सही जवाब है फ्रेंड्स तंजानिया। तंजानिया के नवे PM बनाए हैं जिहड़े कि उस देश के नवे प्रेजिडेंट बने हैं, जिहड़े कि उस देश के फर्स्ट वीमेन प्रेजिडेंट हैगी है, नाम है सामिया सुलूहू, तंजानिया। ओके फ्रेंड्स, सो इत्थों तक सीगा दोस्तों सैक्शन 1 जिहदे 30 क्वेश्चन सीगे। 30 क्वेश्चन सारे दे सारे लेटेस्ट करंट अफेयर नाल रिलेटेड सीगे। हुण आणगे अगले 10 क्वेश्चन जिहड़े कि स्टैटिक जीके नाल रिलेटेड है। हुण नॉर्मल स्टैटिक जीके भी हो सकती है, इंडियन ज्योग्राफी नाल रिलेटेड, बुक्स एंड ऑथर भी हो सकते हैं, हिस्टरी के क्वेश्चन भी हो सकते हैं। सो आज जिहड़ा मैं मेन फोकस लिता है वो हिस्टरी के उपर लिता है। लास्टले 5 क्वेश्चन हिस्टरी नाल रिलेटेड करते हुए आएंगे, पहले 5 क्वेश्चन इंडियन ज्योग्राफी ते बुक्स एंड ऑथर दे आएंगे। सो इस तरह आप डिफरेंट जिहड़ा है वो आप इस तरह टॉपिक लेंदे हुए डिफरेंट चीज़ां करते रहांगे। क्वेश्चंस नूं होर भी वधा दांगे। जिहड़ा ये सैशन है इहनूं आपां मैराथन सैशन भी कर दांगे जिहड़ा 2-2.5 घंटे का होगा, लेकिन डिपेंड करता है कि तुसीं लैक्चर नूं किन्ना पसंद करते हो, किन्ना शेयर करते हो। सो ये तुसीं आपे ही देख सकते हो कि लैक्चर जिन्ना ज़्यादा तुसीं शेयर करोगे, जिन्ना लाइक करोगे, इहदा कंटेंट उन्ना ही आपां होर वधिया करते जावांगे। ईवन किसी दिन एग्जाम के नेड़े आंदे आंदे आपां मैराथन सैशन भी लै लांगे जिहदे विच काफ़ी सारे क्वेश्चन आपां इक्को लैक्चर दे विच कर लांगे। ठीक है जी, चलो फिर आपां चलदे आ स्टैटिक जीके सैक्शन, दैट इज सैक्शन नंबर 2। 10 क्वेश्चन आएंगे जी। हुण लास्ट थोड़े को चांस है आपका स्कोर वधाउण दा। अगर थोड़े 30 चों कुछ नंबर घट रह गए है तो इत्थे तुसीं ट्राई करो कि थोड़े 10 चों 8-9 नंबर या 10/10 नंबर जरूर होण। करिए जी पहला क्वेश्चन। फर्स्ट क्वेश्चन थोड़ी स्क्रीन पे, विच स्टेट ऑफ इंडिया हैज मैक्सिमम नंबर ऑफ रामसर साइट्स एज ऑन मार्च 2021? मार्च 2021 तक केड़ी स्टेट है इंडिया दी जिथे मैक्सिमम नंबर ऑफ रामसर साइट्स हैगी? ए मध्य प्रदेश, बी सिक्किम, सी उत्तर प्रदेश या डी तमिलनाडु? सो तुसी आ वाले 10 क्वेश्चन तुसी देखना, ये क्वेश्चन एग्जैक्टली उदां दे होणगे जिद्दां दे क्वेश्चन तुहानूं एग्जाम दे विच मिलदे है। ईवन लास्टले 5-6 क्वेश्चन तो मैं डायरैक्टली लए ही उन्हां चों है जिहड़े कि पिछले पेपरां चों आए हुए हैं। सो इहदा सही जवाब की है जी? केड़ी स्टेट कोलों मैक्सिमम रामसर साइट्स हैगियां? सो इहदा सही जवाब है जी उत्तर प्रदेश। इत्थे 2 क्वेश्चन बनते हैं। एक तो इंडिया दे विच अगर आपां अज दे टाइम की गल करिए, इंडिया दे विच करंटली कितनियां रामसर साइट्स है? तो रामसर साइट्स है 42 रामसर साइट है। अगर पूछा जाए लेटेस्ट रामसर साइट केड़ी है लेटेस्ट, तो आएगा सोकर लेक। सोकर लेक कित्थे हैगी है? सोकर लेक है लद्दाख दे विच, लद्दाख। ठीक है जी। ते उस तो बाद हाईएस्ट केड़ी स्टेट दे विच रामसर साइट हैगी है? तो वो है यूपी। कितनियां हैगी हैं? 8 हैगी हैं। ओके है जी। नेक्स्ट, द न्यूली रिलीज्ड बुक ब्यूटीफुल थिंग्स अ मेमोर has been written by whom? The newly released book, एक नवी बुक रिलीज हुई है जिसका नाम है ब्यूटीफुल थिंग्स ए मेमोर, हैज बीन रिटन बाय, किन्ना ने लिखी है जी ब्यूटीफुल थिंग्स के नाम की बुक? प्रियंका चोपड़ा जोनस, हंटर बाइडन, मोहम्मद हामिद अंसारी या फिर किरण बेदी? किन्ना ने लिखी है ब्यूटीफुल थिंग्स?
ਸੋ ਇਹਦਾ ਸਹੀ ਜਵਾਬ ਹੈ ਜੀ ਹੰਟਰ ਬਾਈਡਨ। ਇਹ ਜੋ ਬਾਈਡਨ ਜੀ ਦੇ ਬ੍ਰਦਰ ਹੈਗੇ ਹੈ ਹੰਟਰ ਬਾਈਡਨ, ਜਿਨ੍ਹਾਂ ਨੇ ਬੁੱਕ ਲਿਖੀ ਹੈ ਬਿਊਟੀਫੁਲ ਥਿੰਗਸ ਏ ਮੈਮੋਰ। ਅਗਰ ਆਪਾਂ ਪ੍ਰਿੰਕਾ ਚੋਪੜਾ ਦੀ ਗੱਲ ਕਰੀਏ, ਪ੍ਰਿੰਕਾ ਚੋਪੜਾ ਜੋਨਸ, ਇਹਨਾਂ ਨੇ ਵੀ ਇੱਕ ਰੀਸੈਂਟ ਦੇ ਵਿੱਚ ਬੁੱਕ ਲਿਖੀ ਹੈ ਜਿਹਦਾ ਨਾਮ ਹੈ ਅਨਫਿਨਿਸ਼ਡ। ਅਨਫਿਨਿਸ਼ਡ ਇਹ ਬੁੱਕ ਹੈ, ਠੀਕ ਹੈ। ਹਾਮਿਦ ਅੰਸਾਰੀ ਜਿਹੜੇ ਇੰਡੀਆ ਦੇ ਭੂਤਪੂਰਵ ਜਾਂ ਪਹਿਲਾਂ ਜਿਹੜੇ ਫਾਰਮਰ ਹੈ ਉਹ ਉਪ ਰਾਸ਼ਟਰਪਤੀ ਰਹੇ ਹੋਏ ਹੈ, ਇਹਨਾਂ ਨੇ ਇੱਕ ਬੁੱਕ ਲਿਖੀ ਹੈ ਬਾਏ ਮੈਨੀ ਅ ਹੈਪੀ ਐਕਸੀਡੈਂਟ। ਬਾਏ ਮੈਨੀ ਅ हैप्पी एक्सीडेंट ये बुक लिखी है जी इन्होंने। फिर अगर आप गल करिए किरण बेदी, किरण बेदी जी ने बुक लिखी है लाइफ ऑफ एन एक्टर। लाइफ ऑफ एन एक्टर द स्टोरी यू मस्ट नो, ठीक है। लाइफ ऑफ एन एक्टर द स्टोरीज आई मस्ट टेल, हाँ इस नाम से है द स्टोरी आई मस्ट टेल लाइफ ऑफ एन एक्टर। ये बुक लिखी है किरण बेदी जी ने। Which of the following wetlands in India are in the list of Ramsar site? ਸੋ ਰਾਮਸਰ ਸਾਈਟ ਦੇ ਵਿੱਚ ਆ ਤਿੰਨ ਚੀਜ਼ਾਂ ਦਿੱਤੀਆਂ ਹੋਈਆਂ, ਦੀਪੋਰ ਬੀਲ ਅਸਮ, ਅਸ਼ਟਾਮੁੜੀ ਵੈਟਲੈਂਡ ਕੇਰਲ, ਨਵਾਬਗੰਜ ਉੱਤਰ ਪ੍ਰਦੇਸ਼। ਇਹ ਤਿੰਨੋਂ ਵੈਟਲੈਂਡ ਹੈਗੇ ਆ। ਇਹਨਾਂ ਤਿੰਨਾਂ ਚੋਂ ਕਿਹੜੀਆਂ ਰਾਮਸਰ ਸਾਈਟ ਵੀ ਹੈਗੀਆਂ? ਓਨਲੀ 1 ਐਂਡ 2, ਓਨਲੀ 2 ਐਂਡ 3 ਜਾਂ ਆਲ ਆਫ ਦੀ ਅਬਵ। ਦੇਖੋ ਪੀਪੀਐਸਸੀ ਦੇ ਵਿੱਚ ਖਾਸ ਕਰਕੇ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਆ। तो तीन चीज़ां थोड़े सामने दित्तियां हुई हैं, दीपोर बील असम, अष्टामुड़ी वैटलैंड केरल ते नवाबगंज उत्तर प्रदेश। तुसीं दसना है कि इन्हां तीनों वैटलैंड चों रामसर साइट्स किहड़ियां-किहड़ियां हैगियां। तो इहदा सही जवाब है जी तीनों ही रामसर साइट है। दीपोर बील असम दी ओनली रामसर साइट है, ये भी बिल्कुल सही है। अष्टामुड़ी वैटलैंड केरल दे विच ते नवाबगंज उत्तर प्रदेश दे विच। सो ये तीनों वैटलैंड रामसर साइट भी हैगी। रुद्र सागर लेक is located in which of the following state of India? रुद्र सागर लेक, रुद्र सागर लेक इंडिया की किहड़ी स्टेट दे विच है? मध्य प्रदेश, त्रिपुरा, राजस्थान या असम। सो रुद्र सागर लेक जिहड़ी है वो है दोस्तों त्रिपुरा दे विच। त्रिपुरा जिहड़ा कि रीसेंट न्यूज़ दे विच सीगा, क्योंकि एक मैत्री बंधु जिहड़ा ब्रिज है वो पीएम मोदी जी ने इनोग्रेट किया त्रिपुरा तो लैके बांग्लादेश दे विच जिहड़ी बॉर्डर ते बनिया है। सो त्रिपुरा न्यूज़ दे विच है। त्रिपुरा दी एक जिहड़ी लेक है रुद्र सागर लेक। दैट्स Who is the author of the book Whereabouts? Whereabout एक बुक जिहड़ी लॉन्च की गई है, उनके ऑथर किहड़े हैगे आ? Whereabouts झुंपा लहरी, दलाई लामा, पवन सी लाल, पीटर मुकरेजिया। झुंपा लहरी, दलाई लामा, पवन लाल या पीटर मुकरेजिया। इनका सही जवाब है जी झुंपा लहरी। झुंपा लहरी जी ने बुक लिखी है वेयर अबाउट्स। बाकी ऑथर भी न्यूज़ दे विच है। दलाई लामा की गल करिए तो दलाई लामा ने बुक लिखी है अ लिटल बुक ऑफ एनकरेजमेंट। अ लिटल बुक ऑफ एनकरेजमेंट। एनकरेजमेंट, ठीक है जी। दलाई लामा पर्सन का नाम नहीं होता, दलाई लामा पोस्ट का नाम होता है, ये याद रखना है। पवन सी लाल, पवन सी लाल ने बुक लिखी है यस मैन। यस मैन दी अनटोल्ड स्टोरीज ऑफ राणा कपूर। राणा कपूर कौन सी जिन्होंने यस बैंक की फाउंडेशन रखी सी। यस मैन दी अनटोल्ड स्टोरीज ऑफ राणा कपूर ये लिखी पवन सी लाल ने। पीटर मुकरेजिया कौन है? जानते हो पीटर मुकरेजिया? पीटर मुकरेजिया स्टार नैटवर्क के पुराने सीईओ फॉर्मर सीईओ है। इन्होंने बुक लिखी थी दी कन्फैशन के नाम से इन्होंने बुक लिखी थी दी कन्फैशन ऑफ ए टीवी एंकर। इस तरह के नाम की इन्होंने बुक लिखी है पीटर मुकरेजिया जी। नेक्स्ट क्वेश्चन है जी मैच दी फॉलोइंग बुद्धिस्ट काउंसिल विद दी प्लेसेस वेयर दे वर हेल्ड एंड मार्क दी राइट आंसर। फर्स्ट काउंसिल, सैकेंड काउंसिल, थर्ड काउंसिल, फोर्थ काउंसिल। ये लिखी है जी एक कॉलम दे विच। दूसरे कॉलम दे विच लिखा है वैशाली, राजगीर, कुंडलबान ते पाटलीपुत्रा। आपस में मिलान करो जी फटाफट। यू हैव 5 सेकंड्स, फटाफट इनू मिलान करो आपस दे विच। एक पासे लिखो इस तरह के क्वेश्चन रीजनिंग की तरह सॉल्व होंगे है। एक पासे लिखो 1 2 3 4, फिर थोनों जिन्हें भी मैक्सीमम पहली काउंसिल का थोनों याद है, दूसरी का याद है, तीसरी का याद है, चौथी का याद है, वो सारे जिहड़े है आपस में लिखो। तो अगर थोनों नहीं ध्यान जा रहा तो टाइम होर चाहिए तो पॉज कर लो। मैं सही जवाब दे रहा। सही जवाब है पहले का बी, दैट इज फर्स्ट काउंसिल। फर्स्ट काउंसिल कित्थे हुई सी? राजगिरह दे विच। राजगीर जिंदा नाम गिरविराज भी सीगा, गिरविराज फर्स्ट काउंसिल। सैकेंड काउंसिल हुई वैशाली दे विच, वैशाली सैकेंड काउंसिल। थर्ड काउंसिल कित्थे हुई? थर्ड काउंसिल तीसरे दा डी पाटलीपुत्रा।
ਪਾਟਲੀਪੁੱਤਰਾ ਦੇ ਵਿੱਚ ਹੋਈ 3rd ਕਾਉਂਸਿਲ ਤੇ 4th ਕਾਉਂਸਿਲ ਹੋਈ ਕਸ਼ਮੀਰ ਦੇ ਵਿੱਚ, ਜਿਹੜੀ ਕਨਿਸ਼ਕ ਨੇ ਕਰਾਈ ਸੀ। ਕੁੰਡਲਵਾਨਾ ਵੀ ਕਹਿ ਸਕਦੇ ਆ, ਕੁੰਡਲਬਾਨ ਵੀ ਕਹਿੰਦੇ ਆ, ਕੁੰਡਲਬਾਨ, ਇਹ ਕਸ਼ਮੀਰ ਦੇ ਵਿੱਚ ਹੈ। ਸੋ ਇਹਦਾ ਸਹੀ ਜਵਾਬ ਹੈ ਜੀ ਸੀ। ਇਦਾਂ ਦੇ ਕੁਐਸਚਨ ਤੁਹਾਨੂੰ ਆਣੇ ਚਾਹੀਦੇ ਆ ਸਾਰੇ। ਨੈਕਸਟ ਕੁਐਸਚਨ, ਮੈਚ ਦੀ ਫੋਲੋਇੰਗ ਰਿਵਰਸ ਵਿਦ ਦੀ ਨੇਮਸ ਇਨ ਵੈਦਿਕ ਪੀਰੀਅਡ ਐਂਡ ਮਾਰਕ ਦੀ ਰਾਈਟ ਆਂਸਰ। ਸਤਲੁਜ, ਬਿਆਸ, ਰਾਵੀ, ਚੇਨਾਬ ਤੇ ਇਹਨਾਂ ਦੇ ਵੈਦਿਕ ਨਾਮ ਅਸਿਕਿਨੀ, ਵਿਪਾਸ਼ਾ, ਪੁਰੁਸ਼ਨੀ ਤੇ ਸਤੁਦਰੀ। ਸੋ ਮਿਲਾਨ ਕਰੋ ਜੀ, ਕਿਹੜਾ ਕਿਹਦੇ ਨਾਲ ਆਏਗਾ। ਕਿਹੜੀ ਰਿਵਰ ਨੂੰ ਰਿਗ ਵੈਦਿਕ ਕਾਲ ਦੇ ਵਿੱਚ ਜਾਂ ਵੈਦਿਕ ਪੀਰੀਅਡ ਦੇ ਵਿੱਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ। ਸਤਲੁਜ, ਬਿਆਸ, ਰਾਵੀ ਜਾਂ ਚੇਨਾਬ, ਰਾਵੀ ਤੇ ਚੇਨਾਬ, ਇਹਨਾਂ ਚਾਰਾਂ ਦਾ ਵੈਦਿਕ ਪੀਰੀਅਡ ਦਾ ਨਾਮ ਕੀ ਹੈ। ਫਟਾਫਟ 5 ਸੈਕਿੰਡ, ਹਰੀ ਅਪ। ਸੋ ਦੀ ਰਾਈਟ ਆਂਸਰ ਟੂ ਦਿਸ ਕੁਐਸਚਨ ਇਜ਼ A, यानी कि सतलुज का नाम सतुद्री, सतुद्री, ठीक है जी। ब्यास का नाम विपाशा, विपाशा। रावी, रावी पुरुषनी ते चेनाब, चेनाब का नाम असिकिनी। तो ये तुसीं ध्यान च रखना। The economy of ऋग्वैदिक time was, ऋग्वैदिक टाइम की जिहड़ी इकोनॉमी सीगी वो किस तरह की सीगी। रूरल, अर्बन, मिक्सड या नन ऑफ दीज। रूरल सीगी, अर्बन सीगी, मिक्सड इकोनॉमी सीगी या इन्हां चों कोई भी नहीं सीगी। ऋग्वैदिक टाइम की इकोनॉमी, ऋग्वैदिक टाइम की जिहड़ी इकोनॉमी सी फ्रेंड्स वो सीगी रूरल टाइप, रूरल टाइप इकोनॉमी सी ऋग्वैदिक काल दे विच। इत्थे तुहानूं पता होना चाहिए है कि जदों आपां स्टार्ट करदे हां, मान लो 2600 BC कह सकदे हां, 2600 BC तो लैके 1700 BC तक एक अर्बन सिविलाइजेशन सीगी जिन्हों कहते सीगे इंडस वैली सिविलाइजेशन, इंडस वैली या हड़प्पन सिविलाइजेशन। उस तो बाद अर्बन सिविलाइजेशन खत्म हो गई सीगी। अर्बन सिविलाइजेशन दोबारा तो कदों स्टार्ट हुई सीगी, तकरीबन मौर्या एम्पायर दे विच, मौर्या एम्पायर दे विच आपां कह सकते हैं कि अर्बन सिविलाइजेशन स्टार्ट हुई सी। उनके विचाले जिहड़ा कुछ सारा सीगा वो रूरल सिविलाइजेशन सीगी, तां करके ऋग्वैदिक काल जिहड़ा है वो रूरल सिविलाइजेशन दे विच सीगी या रूरल इकोनॉमी सीगी। हू अमंग दी फॉलोइंग रोट संस्कृत ग्रामर। इन्हां चों संस्कृत ग्रामर जिहड़ी है वो किन्ने लिखी। मनु, कालिदास, पाणिनी या चरक। मनु, कालिदास, पाणिनी या चरक, किन्हां ने संस्कृत ग्रामर लिखी। संस्कृत ग्रामर, ये क्वेश्चन बहुत इजी है। संस्कृत ग्रामर वाज रिटन बाय पाणिनी इन हिज बुक अष्टाध्यायी। संस्कृत ग्रामर ना पहली बुक संस्कृत ग्रामर दी सीगी अष्टाध्यायी, जिहड़ी कि पाणिनी ने लिखी सी। दैन संस्कृत ग्रामर ते एक होर बुक आई है जिसका नाम सी महाभाष्य। महाभाष्य लिखी सी पतंजलि ने, ठीक है। सो पाणिनी ने लिखी अष्टाध्यायी, संस्कृत ग्रामर की पहली बुक। बाकियां दी भी अगर आपां गल करिए ना तो किते ना किते संस्कृत नाल रिलेटेड जरूर हैगी है, लेकिन ग्रामर ते लिखी पाणिनी ते। अगर आपां मनु की गल करिए, मनु समृति की है हिंदू धर्म शास्त्र की पहली बुक है, यानी कि अगर आपां ये कह सकते हैं कि संस्कृत लिटरेचर दे विच पहली बुक है मनु समृति। लेकिन संस्कृत लिटरेचर ते, संस्कृत ग्रामर ते नहीं है। संस्कृत ग्रामर ते पाणिनी ने अष्टाध्यायी लिखी सी। कालिदास संस्कृत दे सब तो वड्डे पोइट होए है। शैक्सपीयर ऑफ इंडिया कहा जाता सी कालिदास नूं, मेघदूतम है ना। सो इस तरह के जिहड़े इन्हां ने काफ़ी जिहड़े लिखे हैगे है। सो उस तो बाद अगर आपां गल करिए चरक जिहड़े सीगे वो इंडिया दे विच मैडिसिन दे फील्ड दे विच, मैडिसिन दे फील्ड दे विच इन्हां ने दवाइयां दे मामले दे विच चरक संहिता जिहड़ी इन्हां ने लिखी सीगी, सो वो सब तो ज़्यादा पॉपुलर है। सो बाद सुश्रुता ने सर्जरी ते बुक लिखी सी, चरक ने मैडिसिन दे उपर बुक लिखी सी, ठीक है जी। सो ये सी। सो आई थिंक आज दा लास्ट क्वेश्चन है, विच ऑफ द फॉलोइंग हड़प्पन साइट शोज द अर्लीएस्ट एविडेंस ऑफ अर्थक्वेक। सो काफ़ी क्वेश्चन तुसीं हड़प्पन साइट्स ते किते होणगे, तुहानूं लगदा होऊगा कि बड़े सौखे जे क्वेश्चन आंदे हैं हड़प्पन साइट ते। सो आई होप तुहानूं ये भी सौखा लगे। विच ऑफ द फॉलोइंग हड़प्पन साइट शोज द अर्लीएस्ट एविडेंस ऑफ अर्थक्वेक। भूकंप के जिहड़े एविडेंस हैगे है वो किहड़ी साइट ते देखे जा सकते हैं। हड़प्पा, मोहनजोदाड़ो, लोथल या कालीबंगन। हड़प्पा जिन्हों की सब तो पहला जिन्हों आप कहिए कि एक्सकवेट करके सब तो पहला जी खोज की गई सी वो हड़प्पा की गई सी 1921 दे विच दयाराम साहनी जी के द्वारा। मोहनजोदाड़ो जिहड़ा इस साइट का या इस हड़प्पन सिविलाइजेशन का सब तो जिहड़ा आप कह दीए कि सब तो स्टैंडर्ड का जिहड़ा जगह सीगी मोहनजोदाड़ो, जिन्हों 1922 दे विच RD बनर्जी जी ने फाइंड आउट किया सीगा। लोथल जिहड़े कि इस दी इक्को एक बंदरगाह सीगी लोथल, या फिर कालीबंगन।
कालीबंगन जिहड़ा कि राजस्थान दे विच है जिथे प्लफिंग वगैरह दे जिहड़े है वो एविडेंस मिलदी है। सो सही जवाब है जी राजस्थान दे कालीबंगन दे विच। कालीबंगन इहदा सही जवाब है द एविडेंस ऑफ अर्थक्वेक। सो आई होप दोस्तों तुहानूं जिहड़ा लैक्चर है वो पूरा वधिया लग्गिया होएगा। 40 क्वेश्चन तुसीं कर लए है। 40 क्वेश्चन आपदे पेज तो या जिथों भी तुसीं जिथे तुसीं आपदे आंसर लिखे है उथों फटाफट देखो कि तुहाडा जिहड़ा स्कोर है वो की स्कोर आया है, स्टैटिक चों किन्ना आया है ते जिहड़ा लेटेस्ट करंट अफेयर है उहदे चों 30 क्वेश्चनां चों किन्ने जिहड़ा आए है। ठीक है, सो कमेंट कर सकते हो कि तुहाडे 40 क्वेश्चन चों किन्ने क्वेश्चन जिहड़े है वो तुहाडे सही होए। सो हजे लैक्चर खत्म नहीं होया, 2 मिनट लई मैं तुहानूं इत्थे दसना चाहना हुन्ना। तुहानूं पता है हर वारी कि हाउ टू प्रिपेयर फॉर सच टाइप ऑफ क्वेश्चन। इको एक चीज़ है कि तुसीं करंट अफेयर की जगह है तो करंट अफेयर के डेली तौर पर करंट अफेयर पढ़ो। मेरा इको चीज़ कहना है कि पिछले 180 दिनों के जिहड़ा कुछ होया उन्होंने तुसीं 180 मिनट दे विच नहीं पढ़ सकते। सो उन्होंने पढ़न लई तुहानूं डेली तौर पर जिहड़े करंट अफेयर है वो पढ़ने ही पैणगे। कित्थों भी करंट अफेयर पढ़ो, थोड़ी मर्जी है। बहुत सारिया जगह है जिथे तुसीं पढ़ सकते हो, न्यूज़ पेपर चों पढ़ सकते हो, PIB वगैरह तो पढ़ सकते हो। आपदे नोट्स जरूर बनाओ, जिन्ने ज़्यादा तुसीं नोट्स बनाओगे उन्ना तुसीं क्वेश्चन दे विच क्लीयर रहोगे कि इहदा ऑप्शन जिहड़ा है वो की आऊगा। फिर अगर तुसीं साडे नाल प्रिपेयर करना है दैन जस्ट डाउनलोड दी रेस अकैडमी ऑफिशियल ऐप। उत्थे स्टोर दे विच जाओ, तुहानूं जिहड़े है सारी चीज़ जिहड़ी है उत्थे मिल जाएगी। अगर तुसीं कोई कोर्स लेना चाहते हो वो भी मिल जाएगा। सिर्फ करंट अफेयर पढ़ना चाहते हो, मेरे नाल पढ़ना चाहते हो, वो भी तुहानूं बड़ा नॉमिनल अमाउंट ते तुहानूं उत्थे मिल जाएगा। रोज़ शाम नूं 8 बजे अपनी क्लास आंदी है ते क्लास दे विच इदां ही आपां पूरे दिन दी जिहड़ी न्यूज़ होंदी है उन्हां नूं पूरी तरह खंगाल दिंदे आ, पूरी डिटेल दे विच करदे आ। सिर्फ उस दिन दी न्यूज़ नहीं बल्कि पिछले 1 साल दे जिहड़े करंट अफेयर्स है उन्हां नूं आपां टॉपिक वाइज करदे आ ते टाइम टू टाइम मॉक टेस्ट भी करदे रहंदे आ। पंजाब स्टेट दे करंट अफेयर्स है वो भी आपां करदे आ। सो सारी चीज़ उत्थे जिहड़ी है उत्थे हुंदी है। सो ठीक है दोस्तों, फिर मिलते हैं आप अगले संडे यूट्यूब ते कल मिलते हैं आप रेस अकैडमी ऑफिशियल ऐप पे। किसी भी तरह का कोई डाउट होवे तो नीचे जिहड़ा नंबर है नीचे जिहड़ा नंबर चल रही है आ जा रहा नंबर, ठीक है, हुण इस टाइम नंबर आ गया 79 वाला, इस नंबर के उपर तुसीं संपर्क कर सकते हो। अगर मेरे नाल कोई डाउट होवे, मैनूं कुछ पुछना होवे तो तुसीं @अजय सिडाना 87 के टैलीग्राम ID ते तुसीं मैनूं मैसेज कर सकते हो। सो लैक्चर वधिया लग्या तो जरूर लाइक करो, आपदे फ्रेंड्स नाल शेयर करो। मिलते हैं नैक्सट संडे नूं, ठीक है जी, GK ज्ञान दे नैक्सट लैक्चर दे विच। थैंक यू सो मच।